ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੰਚੋ ਸਿੱਖ ਪਰਵਾਰ ਕਰ, ਸਤਿਗੁਰ ਤਨ ਤਿਸ ਕਾਲ। ਮੰਦ ਮੰਦ ਰੋਦਤ ਅਦਕ, ਸੰਕਟ ਪਾਏ ਕਰਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਮਹਾਰਾਜ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਪਰਮ ਸਨਮਾਨਯੋਗ ਗਿਆਨੀ ਜਸਵੀਰ ਸਿੰਘ ਜੀ ਦੀ ਰਸਨਾ ਤੋਂ ਸਤਿਗੁਰੂ ਜੀ ਦੀ ਬਾਣੀ ਦੀ ਸੂਖਮ ਵਿਚਾਰ ਸਰਵਣ ਕੀਤੀ ਹੈ। ਮਹਾਰਾਜ ਸਾਹਿਬ ਜੀ ਨੇ ਕਲਯੁਗ ਦੇ ਸਮੇਂ ਅੰਦਰ ਅਵਤਾਰ ਧਾਰ ਕੇ ਕਲਯੁਗੀ ਜੀਵਾਂ ਦਾ ਬੇੜਾ ਬੰਨੇ ਲਾਇਆ ਹੈ, ਕਿਉਂਕਿ ਸਮੇਂ-ਸਮੇਂ ਵਿੱਚ ਪਰਮੇਸ਼ਰ ਦੇ ਅਵਤਾਰ ਹੋਏ ਹਨ। ਜਿੰਨੀ ਜਿੰਨੀ ਕਲਾ ਦੀ ਲੋੜ ਸੀ, ਓਨੀ ਕਲਾ ਲੈ ਕੇ ਆਏ ਹਨ। ਕਲਯੁਗ ਦੇ ਵਿੱਚ ਅਨੰਤ ਕਲਾ ਦੀ ਲੋੜ ਸੀ, ਇਸ ਕਰਕੇ ਅਨੰਤ ਕਲਾ ਦੇ ਠਾਕੁਰ ਚੜ੍ਹਿਆ। ਬੇਅੰਤ ਸਾਰੀਆਂ ਪਾਵਰਾਂ ਸ਼ਕਤੀਆਂ ਲੈ ਕੇ ਭਗਤੀ ਤੇ ਸ਼ਕਤੀ ਦਾ ਮੁਜੱਸਮਾ ਸਤਿਗੁਰੂ ਸਾਹਿਬ ਜੀ ਮਹਾਰਾਜ ਸੰਸਾਰ ਵਿੱਚ ਆਏ। 10 ਜਾਮਿਆਂ ਵਿੱਚ ਦੁਨੀਆ ਦਾ ਕਲਿਆਣ ਕੀਤਾ ਹੈ। ਪੰਚਮ ਪਾਤਸ਼ਾਹ ਜੀ ਮਹਾਰਾਜ ਦੀ ਸ਼ਹੀਦੀ ਦਾ ਪ੍ਰਸੰਗ ਆਪਾਂ ਸੁਣ ਰਹੇ ਹਾਂ, ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੁਨੀਆ ਦੇ ਵਿੱਚ ਜਦੋਂ ਸੱਚ ਦੀ ਆਵਾਜ਼ ਬੁਲੰਦ ਕੀਤੀ ਤਾਂ ਮਹਾਰਾਜ ਕਹਿੰਦੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਜੇ ਕੋਈ ਮਹਾਂਪੁਰਸ਼ ਸੱਚ ਬੋਲਦਾ ਹੈ, ਅਸਲੀਅਤ ਦੱਸਦਾ ਹੈ, ਤਾਂ ਜਿਹੜੇ ਝੂਠੇ ਹਨ, ਝੂਠ ਦੀਆਂ ਦੁਕਾਨਾਂ ਖੋਲ੍ਹੀ ਬੈਠੇ ਹਨ, ਉਹਨਾਂ ਨੂੰ ਅੱਗ ਲੱਗ ਜਾਂਦੀ ਹੈ। ਉਹ ਤੜਫਦੇ ਹਨ। ਉਹ ਫਿਰ ਸੱਚ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਨ। ਉਹਨਾਂ ਜ਼ਾਲਮ ਲੋਕਾਂ ਨੇ ਹੱਦ ਕਰ ਦਿੱਤੀ। ਸ਼ਾਂਤੀ ਦੇ ਮੁਜੱਸਮੇ ਸਤਿਗੁਰੂ ਪਾਤਸ਼ਾਹ ਜੀ ਨੂੰ ਤਤੀਆਂ ਤਵੀਆਂ ਤੇ ਬਿਠਾ ਦਿੱਤਾ। ਤੱਤਾ ਰੇਤਾ ਪਾ ਪਾ ਕੇ ਸਰੀਰ ਨੂੰ ਛਾਲੇ ਛਾਲੇ ਕਰ ਦਿੱਤਾ, ਦੇਗ ਵਿੱਚ ਉਬਾਲਿਆ। ਜਿਹੜੇ ਤਸੀਹੇ ਕਹੇ ਨਹੀਂ ਜਾ ਸਕਦੇ, ਜਿਹੜੇ ਸਹੇ ਨਹੀਂ ਜਾ ਸਕਦੇ, ਅਸਹਿ ਤੇ ਅਕਹਿ ਕਸ਼ਟ ਮਹਾਰਾਜ ਨੇ ਸਹਾਰ ਲਏ। ਪਰ ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਰਾਵੀ ਦੇ ਕੰਢੇ ਤੇ ਆ ਪਹੁੰਚੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਇਸ਼ਨਾਨ ਕੀਤਾ। ਇੱਕ ਰਬਾਬੀ ਸਿੱਖ ਦੁਤਾਰਾ ਲੈ ਕੇ ਆ ਗਿਆ। ਉਹਨੇ ਸਤਿਗੁਰੂ ਜੀ ਨੂੰ ਪਛਾਣ ਕੇ ਮੱਥਾ ਟੇਕਿਆ। ਮਹਾਰਾਜ ਕਹਿੰਦੇ, ਭਾਈ ਭਲੇ ਸਮੇਂ ਆਇਆ ਹੈ, ਕੀਰਤਨ ਕਰੀਏ, ਦੁਤਾਰਾ ਵਜਾ। ਮਹਾਰਾਜ ਸਾਹਿਬ ਜੀ ਨੇ ਕੀਰਤਨ ਕੀਤਾ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਤੇ ਅਕਾਲ ਪੁਰਖ ਵਾਹਿਗੁਰੂ ਨਾਲ ਸੁਰਤੀ ਜੋੜ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਜੋ ਮਹਾਂਪੁਰਸ਼ਾਂ ਦੇ ਸਰੀਰ ਤਿਆਗਣ ਦੀ ਮਰਜ਼ਾਦਾ ਹੁੰਦੀ ਹੈ, ਕਿਉਂਕਿ ਇਹ ਸੰਸਾਰ ਦੇ ਵਿੱਚ ਆਪਾਂ ਵੀ ਆਏ ਹਾਂ। ਮਾਂ ਦੇ ਪੇਟ ਵਿੱਚ ਰਹਿ ਕੇ 9 ਮਹੀਨੇ ਜਨਮ ਲਿਆ ਹੈ, ਔਰ ਇੱਕ ਦਿਨ ਇਸ ਦੁਨੀਆ ਤੋਂ ਆਪਾਂ ਜਾਣਾ ਵੀ ਹੈ। ਦੁੱਖ ਹੈ, ਜਨਮ ਦੇ ਸਮੇਂ ਵੀ ਕਸ਼ਟ ਸੀਗਾ। ਮਾਂ ਦੇ ਪੇਟ ਵਿੱਚ 9 ਮਹੀਨੇ ਪੁੱਠੇ ਲਟਕੇ ਰਹੇ। ਵੱਡਾ ਭਾਰੀ ਕਸ਼ਟ ਹੈ, ਜਨਮ ਦਾ ਵੀ ਦੁੱਖ ਹੈ। ਤੇ ਜਦੋਂ ਮਰਨਾ ਹੈ, ਜਿੰਦ ਨਿਮਾਣੀ ਕੱਢੀ ਹੈ, ਹੱਡਾਂ ਕੂਕੜ ਕਾਏ। ਪਤਾ ਨਹੀਂ ਕਿਆ ਜਾਣਾ, ਕਿਵੇਂ ਮਰਾਂਗੇ, ਕੀ ਜਾਣੀਏ ਕਿੱਦਾਂ ਜਾਨ ਨਿਕਲੇਗੀ, ਕਿੱਦਾਂ ਅਖੀਰਲਾ ਸਵਾਸ ਆਏਗਾ, ਕਿੱਥੇ ਆਏਗਾ, ਕਿਹੜੀ ਪ੍ਰਸਥਿਤੀ ਹੋਵੇਗੀ, ਕੋਈ ਪਤਾ ਨਹੀਂ।
ਜਨਮ ਦਾ ਵੀ ਦੁੱਖ ਹੈ ਤੇ ਮਰਨ ਦਾ ਵੀ ਦੁੱਖ ਹੈ ਸਾਨੂੰ। ਔਰ ਸਾਧ ਸੰਗਤ ਜੀ, ਜਿਹੜਾ ਵਿਚਕਾਰਲਾ ਸਮਾਂ ਹੈ ਜੀਵਨ ਦਾ, ਕੋਈ ਕਈ ਭਾਵੇਂ ਜੋ ਮਰਜੀ ਜਾਵੇ ਪਰ ਦੁਖੀ ਹਨ। ਫਿਕਰ, ਚਿੰਤਾ, ਡਰ, ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ, ਕਿੱਥੇ ਜਾਵਾਂਗੇ, ਕੀ ਖਾਵਾਂਗੇ, ਕੀ ਪੀਵਾਂਗੇ, ਇਹ ਸਾਰਿਆਂ ਨੂੰ ਟੈਨਸ਼ਨ ਲੱਗੀ ਰਹਿੰਦੀ ਹੈ। ਜ਼ਿੰਦਗੀ ਦੇ ਵਿੱਚ ਵੀ ਬੰਦਾ ਦੁਖੀ ਹੈ, ਜਨਮ ਵੇਲੇ ਵੀ ਦੁਖੀ ਹੈ, ਮਰਨ ਵੇਲੇ ਵੀ ਦੁਖੀ ਹੈ। ਕਾਰਨ ਜੀਵ ਦੇ ਕਰਮ ਹਨ। ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਜਿਹੜੀ ਸਾਡੀ ਸਾਧ ਸੰਗਤ ਜੀ ਪਰਾਲਬਧ ਹੈ, ਉਹਦੇ ਮੁਤਾਬਕ ਦੁੱਖ ਸੁੱਖ ਭੋਗੀ ਜਾਂਦੇ ਹਾਂ। ਅਸੀਂ ਪਰਾਲਬਧ ਭੋਗਣ ਆਉਂਦੇ ਹਾਂ, ਪਰ ਜਿਹੜੇ ਮਹਾਂਪੁਰਸ਼ ਨੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਅਵਸਥਾ ਸਾਡੇ ਵਾਲੀ ਨਹੀਂ ਹੈ। ਸਾਡੇ ਵਾਲੇ ਨਿਯਮ, ਸਾਡੇ ਵਾਲੀ ਮਰਜ਼ਾਦਾ ਉਹਨਾਂ ਤੇ ਲਾਗੂ ਨਹੀਂ ਹੁੰਦੀ। ਉਹਨਾਂ ਦੀ ਕੀ ਮਰਜ਼ਾਦਾ ਹੈ? ਜਨਮ ਮਰਨ ਦੋਹੂ ਮੈਂ ਨਾਹੀ। ਨਾ ਉਹ ਜੰਮਦੇ ਨੇ, ਨਾ ਉਹ ਮਰਦੇ ਨੇ। ਜਨਮ ਮਰਨ ਤੋਂ ਰਹਿਤ ਹਨ। ਜਨ ਪਰਉਪਕਾਰੀ ਆਏ। ਉਹ ਸੰਸਾਰ ਵਿੱਚ ਪਰਉਪਕਾਰ ਕਰਨ ਆਏ, ਕਰਮ ਦਾ ਭੋਗ ਭੋਗਣ ਨਹੀਂ ਆਏ। ਅਸੀਂ ਸਾਰੇ ਆਪੋ ਆਪਣੇ ਪੂਰਬਲੇ ਕਰਮਾਂ ਦਾ ਭੋਗ ਭੋਗਦੇ ਹਾਂ, ਅੱਗੇ ਵਾਸਤੇ ਹੋਰ ਕਰਮ ਕਰ ਲੈਂਦੇ ਆ। ਫਿਰ ਉਸੇ ਕਰਮ ਜਾਲ 'ਚ ਬੰਦੇ ਦੁਬਾਰਾ ਦੁਨੀਆ ਤੇ ਆ ਜਾਂਦੇ ਆ। ਫਿਰ ਉਹ ਜਦੋਂ ਭੋਗਦੇ ਆ ਤੇ ਫਿਰ ਹੋਰ ਕਰਮ ਕਰ ਲੈਂਦੇ ਆ। ਸਤਿਗੁਰਾਂ ਦਾ ਤਾਂ ਸਾਡੇ ਵਾਸਤੇ ਆਉਣਾ ਹੋਇਆ ਵੀ ਜਿਹੜੇ ਸੰਸਾਰ ਵਿੱਚ ਜੀਵ ਕਰਮਾਂ ਦੀ ਸਜ਼ਾ ਭੋਗ ਰਹੇ ਨੇ, ਉਹਨਾਂ ਦਾ ਉਧਾਰ ਕਰੀਏ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜਨਮ ਮਰਨ ਤੋਂ ਰਹਿਤ ਹਨ। ਜਾਣ ਲੱਗਿਆਂ ਆਪ ਜੀ ਨੇ ਜਪਜੀ ਸਾਹਿਬ ਜੀ ਦੇ ਪਾਠ ਕੀਤੇ ਹਨ, ਕੀਰਤਨ ਕੀਤਾ ਹੈ। ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਜੀਤ, ਤੇ ਸੱਚਖੰਡ ਨੂੰ ਪਿਆਨਾ ਕਰ ਗਏ ਹਨ। ਤੇ ਹੁਣ ਗੁਰੂ ਕੇ ਸਿੱਖ ਬਾਬਾ ਵਿਧੀ ਚੰਦ ਜੀ, ਭਾਈ ਪੁਰਾਣਾ ਜੀ, ਭਾਈ ਲੰਗਾਹ ਜੀ, ਇਹ ਸਾਰੇ ਬੜੇ ਬੈਰਾਗ ਵਿੱਚ ਹਨ। ਕਿਉਂਕਿ ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚੱਲੀਐ। ਜਿਹਦੇ ਨਾਲ ਪ੍ਰੇਮ ਹੋਵੇ ਉਸ ਤੋਂ ਪਹਿਲਾਂ ਮਰਨ ਨੂੰ ਜੀ ਕਰਦਾ ਹੈ, ਉਸ ਤੋਂ ਬਿਨਾਂ ਜੀਆ ਨਹੀਂ ਜਾ ਸਕਦਾ। ਤੇ ਇਹਦਾ ਗੁਰੂ ਸਾਹਿਬ ਦੇ ਦਰਸ਼ਨ ਕਰ ਕਰਕੇ ਜੀਣ ਵਾਲੇ ਆਤਮ ਗਿਆਨੀ, ਬ੍ਰਹਮ ਗਿਆਨੀ, ਪ੍ਰੇਮੀ ਗੁਰਸਿੱਖ ਸਨ। ਇਹਨਾਂ ਦੀ ਦਸ਼ਾ ਕਵਿਰਾਜ ਭਾਈ ਸੰਤੋਖ ਸਿੰਘ ਜੀ ਬਿਆਨ ਕਰਦੇ ਆ। ਆਓ ਆਪਣੀਆਂ ਬਿਰਤੀਆਂ ਨੂੰ ਲਾਹੌਰ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਡੇਰਾ ਸਾਹਿਬ ਰਾਵੀ ਦਾ ਕੰਡਾ ਹੈ, ਉੱਥੇ ਲੈ ਚਲੀਏ। ਪੰਚਮ ਪਾਤਸ਼ਾਹ ਹਜ਼ੂਰ ਦੇ ਜੋਤੀ ਜੋਤ ਸਮਾਨ ਦਾ ਅੰਤਮ ਸੀਨ ਹੈ। ਦਰਸ਼ਨ ਕਰੀਏ ਸੁਰਤੀ ਨਾਲ, ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਚੋ ਸਿੱਖ ਪਰਿਵਾਰ ਕਰ। ਕਹਿੰਦੇ ਪੰਜੇ ਹੀ ਗੁਰੂ ਕੇ ਸਿੱਖ, ਭਾਈ ਵਿਧੀ ਚੰਦ ਜੀ, ਭਾਈ ਪੁਰਾਣਾ ਜੀ, ਜੇਠਾ ਜੀ, ਲੰਗਾਹ ਜੀ, ਇਹ ਸਾਰੇ ਗੁਰਸਿੱਖ ਮਹਾਰਾਜ ਦੇ ਸਰੀਰ ਦੇ ਆਲੇ ਦੁਆਲੇ ਬੈਰਾਗ ਕਰ ਰਹੇ ਹਨ। ਸਤਿਗੁਰ ਤਨ ਤਿਸ ਕਾਲ। ਮਹਾਰਾਜ ਜੀ ਦੇ ਸੱਚੇ ਪਾਤਸ਼ਾਹ ਜੀ ਨੇ ਆਪਣਾ ਚੋਲਾ ਤਿਆਗ ਦਿੱਤਾ ਹੈ। ਮੰਦ ਮੰਦ ਰੋਦਤ ਅਦਿਕ। ਕਹਿੰਦੇ ਮਨ ਟਿਕਦਾ ਨਹੀਂ। ਭਾਵੇਂ ਗੁਰਬਾਣੀ 'ਚ ਹੁਕਮ ਹੈ, ਮਤ ਮੈਂ ਪਿੱਛੇ ਕੋਈ ਰੋਗ ਸੀ, ਸੋ ਮੈਂ ਮੂਲ ਨਾ ਪਾਇਆ। ਪਰ ਸਾਧ ਸੰਗਤ ਜੀ, ਜਿਸ ਤਨ ਲਾਗੇ ਸੋਈ ਜਾਣਾ। ਕੌਣ ਜਾਣੇ ਪੀਰ ਪਰਾਈ। ਕਹਿਣਾ ਸੌਖਾ ਹੈ। ਜਿਨ੍ਹਾਂ ਨੂੰ ਗੁਰੂ ਨਾਲ ਪ੍ਰੇਮ ਹੈ, ਉਹ ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦੇ। ਤੇ ਅੱਖਾਂ ਵਿੱਚ ਬੈਰਾਗ ਛਾ ਗਿਆ ਹੈ, ਗਲੇ ਭਰ ਗਏ ਹਨ। ਵਾਹਿਗੁਰੂ 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 ਵੀ ਜਪ ਰਹੇ ਹਨ ਤੇ ਬੈਰਾਗ ਵੀ ਕਰ ਰਹੇ ਹਨ। ਸੰਕਟ ਪਾਏ ਕਰਾਲ। ਬੜਾ ਭਾਰੀ ਸੰਕਟ ਹੈ। ਇਹ ਤਾਂ ਸਾਧ ਸੰਗਤ ਜੀ, ਆਪਾਂ ਹੁਣ ਕਥਾ ਸੁਣ ਰਹੇ ਹਾਂ, ਆਪਾਂ ਨੂੰ ਵੀ ਮਹਿਸੂਸ ਹੋ ਰਿਹਾ ਥੋੜਾ ਬਾਲਾ। ਪਰ ਜਿਨ੍ਹਾਂ ਦੇ ਸਾਹਮਣੇ ਕੁਝ ਹੋਇਆ ਹੋਵੇਗਾ, ਜਿਨ੍ਹਾਂ ਨੇ ਉਹ ਸਮਾਂ ਵੇਖਿਆ ਹੋਵੇਗਾ, ਉਹਨਾਂ ਦੇ ਉੱਤੇ ਮਨ ਤੇ ਕੀ ਬੀਤੀ ਹੋਵੇਗੀ।
ਜਿਨ੍ਹਾਂ ਦੇ ਪ੍ਰਾਣ ਪਿਆਰੇ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬੜੇ ਭਾਰੀ ਅਸਹਿ ਤੇ ਅਕਹਿ ਕਸ਼ਟ ਸਹਾਰ ਕੇ ਸ਼ਹੀਦ ਹੋਏ ਹਨ। ਚੌਪਈ ਕਹਿ ਜੇਠਾ ਵਡ ਹੰਸ ਹੈ ਗਾਵੋ। ਭਾਈ ਜੇਠਾ ਜੀ ਕਹਿਣ ਲੱਗੇ ਕਿ ਵਡਹੰਸ ਦਾ ਕੀਰਤਨ ਕਰੋ। ਹੁਣ ਵਡਹੰਸ ਰਾਗ ਜਿਹਦੇ ਚ ਮਹਾਰਾਜ ਨੇ ਅਲਾਣੀਆਂ ਉਚਾਰਨ ਕੀਤੀਆਂ ਹਨ, ਪਹਿਲੇ ਪਾਤਸ਼ਾਹ ਜੀ ਨੇ, ਬੜਾ ਹੀ ਬੈਰਾਗ ਆਉਂਦਾ, ਉਹ ਬਾਣੀ ਦਾ ਕੀਰਤਨ ਕਰੋ। ਗੁਰ ਪ੍ਰਲੋਕ ਭਾ ਸ਼ਬਦ ਸੁਨਾਵੋ। ਭਾਈ ਜੇਠਾ ਜੀ ਕਹਿੰਦੇ ਮਹਾਰਾਜ ਜੋਤੀ ਜੋਤ ਸਮਾ ਗਏ ਹੈ, ਜੋਤ ਜੋਤ ਵਿੱਚ ਰਲ ਚੁੱਕੀ ਹੈ, ਹੁਣ ਆਪਾਂ ਕੀਰਤਨ ਕਰੀਏ। ਕਾਰਾ ਗ੍ਰਹਿ ਥਲ ਪਾਪੀ ਬੈਸੇ। ਉਧਰੋਂ ਪਾਪੀ ਚੰਦੂ ਜੇਲ੍ਹ 'ਚ ਬੈਠਾ ਆਪਣੀ, ਜਿੱਥੇ ਤਸੀਹੇ ਦਿੰਦਾ ਸੀ, ਜਿੱਥੇ ਆਪਣੇ ਹਵੇਲੀ ਦੇ ਵਿੱਚ ਇੱਕ ਪਾਸਾ ਉਹਨੇ ਬਣਾਇਆ ਹੋਇਆ ਸੀ, ਉੱਥੇ ਆਪਣੇ ਵਿਰੋਧੀਆਂ ਨੂੰ ਬੜਾ ਦੁੱਖ ਦਿੰਦਾ ਸੀ, ਕਸ਼ਟ ਦਿੰਦਾ ਸੀ। ਕਰਤ ਪ੍ਰਤੀਖਨ ਆਏ ਨ ਕੈਸੇ। ਉਹ ਉਡੀਕ ਰਿਹਾ ਸੀ ਵੀ ਗੁਰੂ ਅਰਜਨ ਦੇਵ ਜੀ ਅਜੇ ਤੱਕ ਆਏ ਕਿਉਂ ਨਹੀਂ। ਇਸ਼ਨਾਨ ਕਰਨ ਗਏ ਸੀ, ਵਾਪਸ ਆਉਣਾ ਚਾਹੀਦਾ ਸੀ। ਬੜੀ ਦੇਰ ਲਾਗੀ ਨਹਿ ਆਏ। ਬੜੀ ਦੇਰ ਲੱਗ ਗਈ ਆ, ਅਜੇ ਤੱਕ ਮਹਾਰਾਜ ਆਏ ਕਿਉਂ ਨਹੀਂ। ਕਹਾ ਭਈ ਕਤ ਲਖੀ ਨ ਜਾਏ। ਉੱਥੇ ਕੀ ਹੋ ਗਿਆ, ਇੰਨਾ ਟਾਈਮ ਕਿਉਂ ਲੱਗ ਗਿਆ ਹੈ, ਕੋਈ ਪਤਾ ਨਹੀਂ ਚੱਲ ਰਿਹਾ। ਇਤਨੇ ਮਹਿ ਉਤਲਾਵਤ ਆਵਾ। ਐਨੇ ਨੂੰ ਸਾਧ ਸੰਗਤ ਜੀ ਕਾਹਲੀ ਨਾਲ ਆਪ ਆ ਗਿਆ। ਸੇਵਕ ਸੰਗ ਕਿਤੇ ਕਰ ਲਾਵਾ। 5-7 ਬੰਦੇ ਨਾਲ ਲੈ ਕੇ ਨੌਕਰਾਂ ਨੂੰ ਤੇ ਰਾਵੀ ਵੱਲ ਚੰਦੂ ਆਪ ਤੁਰਿਆ ਆ। ਦੂਰਨ ਆਏ ਤੀਰ ਪਰ ਹੇਰੇ। ਔਰ ਬੜੀ ਛੇਤੀ ਨਾਲ ਰਾਵੀ ਦੇ ਕੰਢੇ ਤੇ ਆ ਕੇ ਵੇਖਿਆ। ਪਰੇ ਚਾਦਰੇ ਤਾਨ ਵਡੇਰੇ। ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਪੰਚਮ ਪਾਤਸ਼ਾਹ ਜੀ ਲੰਮਾ ਚਾਦਰਾ ਤਾਣ ਕੇ ਪਏ ਹੋਏ ਹਨ। ਬਹੁ ਦਿਨ ਭਏ ਨਾ ਸੁਖ ਤਨ ਦੀਨ। ਤੇ ਚੰਦੂ ਆਪਣੇ ਕਿਆਸ ਲਾਂਦਾ, ਅੰਦਾਜ਼ਾ ਲਾਂਦਾ, ਕਹਿੰਦਾ ਕਈ ਦਿਨ ਹੋ ਗਏ ਮੈਂ ਇਹਨਾਂ ਨੂੰ ਸੌਣ ਨਹੀਂ ਦਿੱਤਾ, ਕਈ ਦਿਨ ਤੋਂ ਜਾਗ ਕੇ ਹੁਣ ਇਹਨਾਂ ਨੂੰ ਸੌਣ ਦਾ ਮੌਕਾ ਮਿਲ ਗਿਆ ਤਾਂ ਸੌ ਗਏ ਹਨ। ਦੇਖ ਅਵਸਰ ਕੋ ਨਿੰਦਰਾ ਲੀਨ। ਇਹ ਮੌਕਾ ਪਾ ਕੇ ਨੀਂਦ ਲੈ ਰਹੇ ਨੇ, ਆਰਾਮ ਕਰਨ ਲੱਗ ਪਏ ਨੇ। ਅਬ ਸੂਦੋ ਭਾ ਮਨ ਹੈ ਨਾਤਾ। ਲੱਗਦਾ ਹੁਣ ਸਿੱਧੇ ਹੋ ਗਏ ਨੇ, ਹੁਣ ਡਰ ਗਏ ਨੇ, ਹੁਣ ਮੇਰੀ ਬੇਟੀ ਦਾ ਰਿਸ਼ਤਾ ਮੰਨ ਲੈਣਗੇ। ਧਰਮ ਜਾਣ ਤੇ ਉਰ ਡਰ ਪਾਤਾ। ਕਿਉਂਕਿ ਮੈਂ ਧਮਕੀ ਬੜੀ ਵੱਡੀ ਦਿੱਤੀ ਹੈ। ਇਹਨਾਂ ਨੂੰ ਧਰਮੀ ਲੋਕਾਂ ਨੂੰ ਆਪਣਾ ਧਰਮ ਪਿਆਰਾ ਹੁੰਦਾ, ਇਹ ਆਪਣਾ ਧਰਮ ਬਚਾਉਣ ਲਈ ਹਰ ਗੱਲ ਕਰ ਸਕਦੇ। ਜਾਨ ਦੀ ਤਾਂ ਇਹਨਾਂ ਨੇ ਪਰਵਾਹ ਨਹੀਂ ਕੀਤੀ, ਪਰ ਧਰਮ ਦੀ ਪਰਵਾਹ ਕਰ ਲਈ ਹੈ। ਜਦੋਂ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਨੂੰ ਗਊ ਦੇ ਚੰਮ ਵਿੱਚ ਮੜ ਦਿਆਂਗਾ, ਤੇ ਫਿਰ ਇਹ ਮੰਨ ਗਏ ਹਨ। ਨਿਕਟ ਗਇਓ ਨਰਲੇ ਸਮੁਦਾਏ। ਸਾਧ ਸੰਗਤ ਜੀ, ਚੰਦੂ ਇਸ ਤਰ੍ਹਾਂ ਸੋਚਦਾ ਮਹਾਰਾਜ ਸਾਹਿਬ ਜੀ ਦੇ ਸਰੀਰ ਦੇ ਨੇੜੇ ਪਹੁੰਚ ਗਿਆ। ਸੁਖਤ ਜਾਨ ਕਰ ਦੁਸ਼ਟ ਅਲਾਏ। ਸਤਿਗੁਰੂ ਜੀ ਨੂੰ ਸੁੱਤਿਆਂ ਸਮਝ ਕੇ ਬੋਲਿਆ। ਕਿਮ ਤੁਮ ਕੋ ਅਬ ਨਿੰਦਰਾ ਆਈ। ਬੜੇ ਉੱਚੀ ਆਵਾਜ਼ ਵਿੱਚ ਗਰਜ ਕੇ ਬੋਲਿਆ, ਕਹਿਣ ਲੱਗਾ ਤੁਹਾਨੂੰ ਨੀਂਦ ਕਿਵੇਂ ਆ ਗਈ ਹੈ, ਕਿਵੇਂ ਸੌਂ ਗਏ ਹੋ। ਹੋਏ ਨਿਚਿੰਤ ਸੋਇਓ ਸੁਖ ਪਾਈ। ਨਿਸ਼ਚਿੰਤ ਹੋ ਕੇ ਸੁਖ ਦੀ ਨੀਂਦ ਸੁੱਤੇ ਹੋ। ਸੁਤਾ ਕੁਮਾਰੀ ਮੈਂ ਨਿਤ ਹੇਰੇ। ਮੇਰੀ ਨੀਂਦ ਹਰਾਮ ਕਰਕੇ ਤੁਸੀਂ ਕਿਵੇਂ ਸੌਂ ਜਾਓਗੇ। ਮੈਂ ਆਪਣੀ ਕੁਆਰੀ ਪੁੱਤਰੀ ਦਾ ਮੂੰਹ ਵੇਖ ਵੇਖ ਕੇ ਹਰ ਵੇਲੇ ਦੁਖੀ ਹੁੰਦਾ। ਮੈਨੂੰ ਨਾ ਦਿਨੇ ਚੈਨ ਹੈ ਨਾ ਰਾਤੀ। ਮੇਰੀ ਨੀਂਦ ਹਰਾਮ ਕਰਤੀ ਹੈ ਤੇ ਹੁਣ ਆਪ ਸੁੱਤੇ ਹੋ। ਤਜੀ ਨੀਂਦ ਦਿਨ ਬਿਤੇ ਕਨੇਰੇ। ਮੈਨੂੰ ਕਈ ਮਹੀਨੇ ਹੋ ਗਏ ਮੈਂ ਸੌਂ ਕੇ ਨਹੀਂ ਵੇਖਿਆ। ਰੱਬ ਬਿਲੀਏ ਬਹੁ ਰੋਏ ਸੁਨਾਇਓ। ਇਹ ਚੰਦੂ ਪਾਪੀ ਦੀ ਗੱਲ ਸੁਣ ਕੇ ਬਾਬਾ ਬਿਧੀ ਚੰਦ ਜੀ ਬੜੇ ਬੈਰਾਗ ਵਿੱਚ ਭਰੇ ਹੋਏ ਗਲੇ ਨਾਲ ਬੋਲੇ। ਦੁਸ਼ਟ ਪਾਤ ਕੀ ਪਾਪ ਕਮਾਇਓ। ਬਾਬਾ ਬਿਧੀ ਚੰਦ ਜੀ ਕਹਿਣ ਲੱਗੇ, ਓਏ ਪਾਪੀਆ, ਤੂੰ ਬੜਾ ਵੱਡਾ ਪਾਪ ਕਮਾ ਲਿਆ। ਤੂੰ ਉਹ ਕਰਮ ਕਰ ਲਿਆ ਜਿਹੜਾ ਤੈਨੂੰ ਹਜ਼ਾਰਾਂ ਕਰੋੜਾਂ ਲੱਖਾਂ ਜਨਮਾਂ ਵਿੱਚ ਵੀ ਮਾਫ ਨਹੀਂ ਹੋਣਾ। ਤੂੰ ਇਹੋ ਜਿਹੇ ਕਰਮ ਕਰ ਬੈਠਾ ਹੈ। ਦੁਬ ਸਿਰ ਚੜੇ ਦੋਸ਼ ਵੱਡ ਦੇ ਕੈ। ਤੇਰੇ ਸਿਰ ਆਪਣੇ ਸਰੀਰ ਦਾ ਠੀਕਰਾ ਭੰਨ ਕੇ, ਆਪਣੇ ਸਰੀਰ ਨੂੰ ਲੇਖੇ ਲਾ ਕੇ, ਤੇਰੇ ਸਿਰ ਦੋਸ਼ ਮੜ ਕੇ ਸੱਚੇ ਪਾਤਸ਼ਾਹ ਤੇ ਬਿਬਾਨ ਤੇ ਚੜ ਕੇ ਸੱਚਖੰਡ ਜਾ ਪਹੁੰਚੇ ਹਨ। ਗਏ ਪ੍ਰਲੋਕ
ਦੇਹ ਤਜ ਕਹਿ ਕੈ। ਸੱਚੇ ਪਾਤਸ਼ਾਹ ਦੇ ਚੋਲਾ ਛੱਡ ਕੇ ਪਰਲੋਕ ਚਲੇ ਗਏ ਨੇ। ਕਰ ਕੂਰੋ ਮਾਰੈ ਹਥਿਆਰੇ। ਓਏ ਪਾਪੀਆ, ਇਹ ਤੈਨੂੰ ਝੂਠਾ ਕਰਕੇ ਮਾਰਨਗੇ। ਇਹਨਾਂ ਨੇ ਤੈਨੂੰ ਕੂੜਾ ਕਰ ਦਿੱਤਾ। ਇਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਤੈਨੂੰ ਦੋਸ਼ੀ ਬਣਾ ਲਿਆ। ਹੁਣ ਤੂੰ ਉਸ ਸਕੰਜੇ 'ਚ ਫਸ ਗਿਆ ਵੀ ਤੂੰ ਹਜ਼ਾਰਾਂ ਲੱਖਾਂ ਜਨਮਾਂ 'ਚ ਵੀ ਨਿਕਲ ਨਹੀਂ ਸਕੇਗਾ। ਟੇਢੀਆਂ ਮੇਢੀਆਂ ਜੂਨਾਂ ਵਿੱਚ ਵੀ ਪਏਗਾ ਤੇ ਜੰਮਦਾ ਰਹੇਗਾ ਤੇ ਮਰਦਾ ਰਹੇਗਾ। ਤੇਰੀ ਕਦੀ ਵੀ ਸ਼ੁਭ ਗਤੀ ਨਹੀਂ ਹੋਵੇਗੀ। ਬਚ ਹੈ ਨਹੀਂ ਕਰ ਜਤਨ ਹਜ਼ਾਰੇ। ਤੇ ਤੈਨੂੰ ਇਹ ਵੀ ਦੱਸ ਦਈਏ ਵੀ ਤੇਰੀ ਜਾਨ ਹੁਣ ਬਚਣੀ ਕੋਈ ਨਹੀਂ, ਭਾਵੇਂ ਲੱਖਾਂ ਯਤਨ ਕਰ ਲੈ, ਜਿੱਥੇ ਮਰਜੀ ਭੱਜ ਲੈ, ਹੁਣ ਤੈਨੂੰ ਅਸੀਂ ਛੱਡਾਂਗੇ ਨਹੀਂ। ਕੁਛ ਡਰਪਤ ਉਰ ਮਹਿ ਬਿਸਮਾਇਓ। ਜਦੋਂ ਬਾਬਾ ਵਿਧੀ ਚੰਦ ਜੀ ਨੇ ਗਰਜ ਕੇ ਗਿਆ, ਕਿਉਂਕਿ ਬਾਬਾ ਜੀ ਦਾ ਸੁਭਾਅ ਜੋਸ਼ੀਲਾ ਸੀਗਾ। ਬਾਬਾ ਵਿਧੀ ਚੰਦ ਜੀ ਸੂਰਮੇ ਬਹਾਦਰ ਯੋਧੇ ਸਨ, ਬਚਪਨ ਤੋਂ ਹੀ ਉਹਨਾਂ ਦਾ ਸੁਭਾਅ ਸੀਗਾ। ਉਹਨਾਂ ਨੇ ਆਪਣੇ ਸੁਭਾਅ ਦੇ ਮੁਤਾਬਕ ਉੱਥੇ ਹੀ ਸੁਣਾਤਾ ਚੰਦੂ ਨੂੰ ਵੀ ਤੈਨੂੰ ਕੁੱਤੇ ਦੀ ਮੌਤ ਮਾਰਾਂਗੇ, ਜਿੱਥੇ ਮਰਜੀ ਭੱਜ ਲੈ। ਤੇ ਚੰਦੂ ਕੁਝ ਡਰ ਕੇ ਨਾ ਚੁੱਪ ਕਰ ਗਿਆ ਤਤ ਛਿਨ ਹਟ ਕਰ ਤਾਮ ਸਦਾਇਓ। ਤੇ ਉੱਥੋਂ ਮੁੜ ਕੇ ਆਪਣੇ ਘਰ ਵਾਪਸ ਚਲਾ ਗਿਆ। ਸਦਨ ਰਦਨ ਵੱਡ ਸੁਣਿਓ ਪੁਕਾਰਾ। ਅੱਗੇ ਜਦੋਂ ਘਰ ਵੱਲ ਗਿਆ ਨਾ, ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਰਾਵੀ ਤੇ ਛੱਡ ਕੇ ਤੇ ਆਪ ਆਪਣੇ ਘਰ ਨੂੰ ਮੁੜ ਪਿਆ। ਜਦੋਂ ਘਰ ਦੇ ਬੂਹੇ ਦੇ ਨੇੜੇ ਗਿਆ ਤੇ ਘਰ ਵਿੱਚੋਂ ਚੀਕਾਂ ਦੀ ਆਵਾਜ਼ ਆਈ, ਵੈਣ ਪੈਂਦੇ ਹੋਏ। ਘਰ ਦੇ ਵਿੱਚ ਰੋ ਰਹੇ ਹਨ ਜੀਵ, ਜਨਾਨੀਆਂ ਰੋ ਰਹੀਆਂ, ਨੌਕਰ ਰੋ ਰਹੇ ਨੇ, ਨੌਕਰਾਣੀਆਂ ਰੋ ਰਹੀਆਂ ਨੇ। ਚਕ੍ਰਿਤ ਚਿਤ ਭੈ ਤਬ ਹੈ ਉਚਾਰਾ। ਇਹ ਕੀ ਹੋ ਗਿਆ, ਮੇਰੇ ਘਰ 'ਚ ਕਿਉਂ ਰੋ ਰਹੇ ਨੇ? ਹੈਰਾਨ ਜਿਹਾ ਹੋ ਕੇ ਬੋਲਿਆ। ਕਿਆ ਹੋਇਓ ਕਿਉਂ ਕਰ ਹੋ ਬਿਰਲਾਪਾ। ਘਰ ਵੜਦਿਆਂ ਪੁੱਛਦਾ ਕੀ ਹੋ ਗਿਆ, ਕਿਉਂ ਬਿਰਲਾਪ ਕਰਦੇ ਹੋ? ਕੌਣ ਗਜਬ ਗੁਜ਼ਰਿਓ ਫਲ ਪਾਪਾ। ਕੀ ਗਜਬ ਗੁਜ਼ਰਿਆ ਹੈ, ਕੀ ਕਹਿਰ ਹੋ ਗਿਆ ਵੀ ਤੁਸੀਂ ਸਾਰੇ ਵੈਣ ਪਾ ਰਹੇ ਹੋ? ਸੇਵਕ ਆਨ ਕਹਿਓ ਤਤਕਾਲਾ। ਨੌਕਰ ਨੇ ਆ ਕੇ ਚੰਦੂ ਨੂੰ ਦੱਸਿਆ ਖਾ ਮ੍ਰਿਤ ਔਚਕ ਪਾ ਕਾਲਾ। ਕਿ ਦੀਵਾਨ ਜੀ, ਆਪਣਾ ਘਰ ਉਜੜ ਗਿਆ ਜੀ, ਤੁਹਾਡੀ ਨੂੰਹ ਮਰ ਗਈ ਹੈ। ਅਨਕ ਤਰਕ ਨਾ ਸੁਨਤ ਵਿਚਾਰ ਹੈ। ਸੁਣ ਕੇ ਦਿਮਾਗ ਚਕਰਾ ਗਿਆ ਚੰਦੂ ਦਾ ਤੇ ਬੜੀਆਂ ਹੀ ਤਰਕਾਂ ਸੋਚਣ ਲੱਗਾ। ਬਿਨਾ ਰੋਗ ਕਿਮ ਮਰੀ ਉਚਾਰ ਹੈ। ਕਹਿੰਦਾ ਚੰਗੀ ਭਲੀ ਸੀ, ਠੀਕ ਠਾਕ ਸੀ, ਉਹਨੂੰ ਕੋਈ ਬਿਮਾਰੀ ਨਹੀਂ, ਕੋਈ ਰੋਗ ਨਹੀਂ, ਤੇ ਮਰ ਕਿਵੇਂ ਗਈ ਹੈ? ਦੁਖੀ ਬਸੂਰਤ ਮੂਰਖ ਮਾਨੀ। ਇਹ ਮੂਰਖ ਹੰਕਾਰੀ ਚੰਦੂ ਆਪਣੇ ਕਰਮਾਂ ਦੀ ਸਜ਼ਾ ਭੋਗਣ ਲੱਗਾ ਹੈ। ਕਿਉਂਕਿ ਸਾਧ ਸੰਗਤ ਜੀ, ਜਿਹੜੇ ਗੁਰੂ ਘਰ ਦੇ ਦੋਖੀ, ਸੰਤ ਕਾ ਦੋਖੀ ਮਹਾ ਹਤਿਆਰਾ, ਸੰਤ ਕਾ ਦੋਖੀ ਪਰਮੇਸ਼ਰ ਮਾਰਾ, ਇਹ ਹੁਣ ਪਾਪੀ ਹੰਕਾਰੀ ਬੰਦੇ ਨੂੰ ਸਜ਼ਾ ਮਿਲ ਰਹੀ ਹੈ ਤੇ ਚੀਕ ਰਿਹਾ ਹੈ, ਦੁਖੀ ਹੋ ਰਿਹਾ ਹੈ। ਮਨੋ ਕਸ਼ਟ ਕੀ ਉਪਜ ਨਿਸ਼ਾਨੀ। ਭਾਈ ਸਾਹਿਬ ਜੀ ਲਿਖਦੇ, ਮਾਨੋ ਕਸ਼ਟ ਦੀਆਂ ਨਿਸ਼ਾਨੀਆਂ ਪ੍ਰਗਟ ਹੋਣ ਲੱਗੀਆਂ ਨੇ। ਆਉਣ ਵਾਲਾ ਸਮਾਂ ਜਿਹੜਾ ਹੈ, ਉਹਦੀਆਂ ਨਿਸ਼ਾਨੀਆਂ ਚੰਦੂ ਨੂੰ ਦਿਸਣ ਲੱਗ ਪਈਆਂ ਨੇ। ਪਹਿਲੀ ਨਿਸ਼ਾਨੀ ਕਿ ਅਜੇ ਉਧਰ ਮਹਾਰਾਜ ਚੋਲਾ ਛੱਡਿਆ, ਇਧਰ ਘਰ ਆਇਆ ਤੇ ਨੂੰਹ ਮਰੀ ਪਈ ਹੈ। ਮ੍ਰਿਤਕ ਕਿਰਿਆ ਕਰਵਾਵਤ ਪਏ। ਤੇ ਫਿਰ ਸਾਧ ਸੰਗਤ ਜੀ ਹੁਣ ਆਪਣੀ ਨੂੰਹ ਦੇ ਸੰਸਕਾਰ ਵੱਲ ਹੋ ਗਿਆ, ਉਧਰੋਂ ਤੇ ਖਿਆਲ ਵਿਸਰ ਗਿਆ। ਵੱਡਾ ਬੰਦਾ ਸੀ, ਉਸੇ ਵੇਲੇ ਦੁਨੀਆਦਾਰੀ, ਸਾਰਾ ਸ਼ਹਿਰ ਉਹਦੇ ਘਰ ਅਫਸੋਸ ਕਰਨ ਵੀ ਆਉਣ ਲੱਗ ਪਿਆ, ਰਿਸ਼ਤੇਦਾਰ, ਸੱਜਣ ਮਿੱਤਰ। ਹੁਣ ਉਹਦਾ ਫਿਰ ਸਾਰਾ ਧਿਆਨ ਉਧਰ ਹੋ ਗਿਆ, ਗੁਰੂ ਸਾਹਿਬ ਵੱਲੋਂ ਖਹਿੜਾ ਛੱਡ ਗਿਆ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸੰਸਕਾਰ ਦੀ ਕਥਾ ਕਿ ਆਪਾਂ ਸਰਵਣ ਕਰਨੀ ਹੈ। ਉਧਰੋਂ ਫਿਰ ਇਹ ਪਰੇ ਹੋ ਗਿਆ ਤੇ ਆਪਣੀ ਨੂੰਹ ਦੇ ਸੰਸਕਾਰ ਵਿੱਚ ਰੁੱਝ ਗਿਆ। ਜਾਰਨ ਨਦੀ ਤੀਰ ਲੈ ਗਏ। ਆਪਣੀ ਨੂੰਹ ਨੂੰ ਨਦੀ ਦੇ ਕੰਢੇ ਸਾੜਨ ਵਾਸਤੇ ਸੰਸਕਾਰ ਕਰਨ ਲਈ ਲੈ ਗਿਆ। ਪੁੱਤ ਸਤਿਗੁਰ ਕੀ ਸੁਧ ਬਿਦਤਾਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਧਰ ਮਹਾਰਾਜ ਪੰਚਮ ਪਾਤਸ਼ਾਹ ਜੀ ਦੇ ਸ਼ਹੀਦ ਹੋਣ ਦੀ ਖਬਰ ਫਟਾਫਟ ਸਾਰੇ ਸ਼ਹਿਰ ਵਿੱਚ ਫੈਲ ਗਈ। ਮਰਿਓ ਰੌਰਪੁਰ ਨਰ ਸਮੁਦਾਈ। ਸਾਰੇ ਲਾਹੌਰ ਸ਼ਹਿਰ ਦੀ ਗਲੀ ਗਲੀ ਵਿੱਚ ਖਬਰ ਪਹੁੰਚ ਗਈ ਵੀ ਬੜਾ ਗਜਬ ਹੋ ਗਿਆ ਜੇ, ਬੜਾ ਕਹਿਰ ਹੋ ਗਿਆ ਜੇ ਕਿ ਉਹ ਮਹਾਤਮਾ, ਉਹ ਮਹਾਂਪੁਰਸ਼, ਸ਼ਾਂਤੀ ਦੇ ਪੁੰਜ, ਜਿਨ੍ਹਾਂ ਨੇ ਲੱਖਾਂ ਲੋਕਾਂ ਨੂੰ
ਕਰੋੜਾਂ ਲੋਕਾਂ ਨੂੰ ਭਵ ਸਾਗਰ ਤੋਂ ਪਾਰ ਲੰਘਾਇਆ, ਜਿਨ੍ਹਾਂ ਨੇ ਲੰਗਰ ਲਾਏ ਨੇ, ਜਿਨ੍ਹਾਂ ਨੇ ਬੜੇ ਬੜੇ ਮਹਾਨ ਸਰੋਵਰ ਬਣਾਏ ਨੇ, ਜਿਹੜੇ ਉਹ ਰੱਬ ਦਾ ਹੀ ਰੂਪ, ਪਰਮੇਸ਼ਰ ਦਾ ਹੀ ਰੂਪ ਸਨ, ਉਹ ਪੰਚਮ ਪਾਤਸ਼ਾਹ ਜੀ ਸ਼ਹੀਦ ਹੋ ਗਏ ਹਨ। ਗ੍ਰਹਿ ਚੰਦੂ ਕੇ ਗੁਰ ਤਜ ਦੇਹ, ਸਾਰੇ ਲੋਕ ਗੱਲਾਂ ਕਰਦੇ ਕਿ ਮਹਾਰਾਜ ਚੰਦੂ ਦੇ ਘਰ ਸਰੀਰ ਛੱਡਿਆ ਹੈ। ਸੁਨ ਸੁਨ ਸਿੱਖ ਨਿਕਸੇ ਤਜ ਗ੍ਰਹਿ, ਸਿੱਖ ਆਪਣੇ ਘਰਾਂ ਵਿੱਚੋਂ ਨਿਕਲੇ ਹਨ, ਸਭ ਨੇ ਦੁਕਾਨਾਂ ਬੰਦ ਕਰ ਦਿੱਤੀਆਂ, ਆਪਣੇ ਕੰਮਾਂ ਕਾਰਾਂ ਤੇ ਸਿੱਖ ਨਹੀਂ ਗਏ, ਤੇ ਸਾਰੇ ਸਿੱਖ ਆਪਣੇ ਆਪਣੇ ਕੰਮ ਛੱਡ ਕੇ ਰਾਵੀ ਦਰਿਆ ਵੱਲ ਤੁਰੇ ਆਉਂਦੇ ਨੇ। ਨਦੀ ਤੀਰ ਸ੍ਰੀ ਗੁਰ ਅਬ ਹੈ, ਇੱਕ ਦੂਜੇ ਨੂੰ ਦੱਸੀ ਜਾਂਦੇ ਨੇ, ਗੁਰੂ ਸਾਹਿਬ ਨਦੀ ਰਾਵੀ ਦੇ ਕੰਢੇ ਤੇ ਹਨ, ਚੱਲ ਕੇ ਉੱਥੇ ਹੀ ਦਰਸ਼ਨ ਕਰੀਏ। ਧਾਏ ਧਾਏ ਮਾਨਵ ਗਨ ਲਹੈ, ਦੌੜ ਦੌੜ ਕੇ ਲਾਹੌਰ ਦੇ ਲੋਕ ਆ ਰਹੇ ਨੇ, ਹਿੰਦੂ ਵੀ ਆ ਰਹੇ ਨੇ, ਮੁਸਲਮਾਨ ਵੀ ਆ ਰਹੇ ਨੇ। ਤਜ ਤਜ ਕਾਜ ਬਨਕ ਵਿਵਹਾਰ, ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਤੇ ਆਪਣੇ ਆਪਣੇ ਕੰਮ ਛੱਡ ਕੇ ਆਵਹਿ ਨਾਰ ਪਰੇ ਨਰ ਨਾਰ, ਸਤਿਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਆ ਰਹੇ। ਇਸਤਰੀਆਂ, ਪੁਰਸ਼, ਬੱਚੇ, ਬੁੱਢੇ। ਲਾਹੌਰ ਸ਼ਹਿਰ ਬੜਾ ਵੱਡਾ ਸ਼ਹਿਰ ਹੈ ਤੇ ਸਿੱਖਾਂ ਦਾ ਗੜ੍ਹ ਹੈ ਸਾਧ ਸੰਗਤ ਜੀ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਨੇ ਚਰਨ ਪਾਏ, ਉਦੋਂ ਤੋਂ ਹੀ ਲਾਹੌਰ 'ਚ ਸਿੱਖੀ ਦਾ ਬੂਟਾ ਲੱਗਾ। ਭਾਈ ਮਨਸੁਖ ਸੇਠ ਇੱਥੋਂ ਦਾ ਸੀ, ਜਿਹੜਾ ਉਸ ਵੇਲੇ ਲੰਕਾ ਤੱਕ, ਹੋਰ ਬਾਹਰਲੇ ਟਾਪੂਆਂ ਤੱਕ ਬਿਜ਼ਨਸ ਕਰਦਾ ਸੀ, ਗੁਰੂ ਦਾ ਸਿੱਖ ਬਣਿਆ। ਉਸ ਤੋਂ ਬਾਅਦ ਫਿਰ ਬੜੇ ਮਹਾਨ ਸਿੱਖ ਇੱਥੇ ਹੁੰਦੇ ਆਏ। ਸਤਿਗੁਰੂ ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਾਧਾ ਹੁੰਦਾ ਗਿਆ ਸਿੱਖੀ ਦਾ, ਗੁਰੂ ਅਮਰਦਾਸ ਸਾਹਿਬ ਦੇ ਸਮੇਂ, ਫਿਰ ਗੁਰੂ ਰਾਮਦਾਸ ਸਾਹਿਬ ਦੇ ਸਮੇਂ, ਹੁਣ ਤਾਂ ਹਜ਼ਾਰਾਂ ਲੱਖਾਂ ਸਿੱਖ ਨੇ ਸ਼ਹਿਰ ਦੇ ਵਿੱਚ। ਜਦੋਂ ਪਤਾ ਲੱਗਾ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ, ਉਹ ਲੱਖਾਂ ਸਿੱਖ ਆਪਣੇ ਘਰਾਂ ਚੋਂ ਸਾਰੇ ਕੰਮਕਾਰ ਸੰਕੋਚ ਕੇ ਰਾਵੀ ਵੱਲ ਤੁਰੇ ਆਉਂਦੇ ਨੇ। ਭਈ ਪੀਰ ਕੁਛ ਗਿਣੀ ਨਾ ਜਾਏ, ਕਵਿਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਹੈ, ਕਹਿੰਦੇ ਰਾਵੀ ਦੇ ਕੰਢੇ ਤੇ ਐਡਾ ਜੋੜ ਮੇਲਾ ਹੋਇਆ ਸੰਗਤ ਦਾ ਵੀ ਤਿਲ ਸੁੱਟਣ ਨੂੰ ਥਾਂ ਨਹੀਂ ਰਹੀ। ਦੂਰ ਦੂਰ ਤਾਈਂ, ਮੀਲਾਂ ਤਾਈਂ ਸੰਗਤਾਂ ਹੀ ਸੰਗਤਾਂ, ਸੰਗਤਾਂ ਹੀ ਸੰਗਤਾਂ ਹੋ ਗਈਆਂ। ਪਾਰਾਵਾਰ ਨਹੀਂ ਰਿਹਾ, ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ, ਤੇ ਉਹਦੇ ਵਿੱਚ ਮਹਾਰਾਜ ਸਾਹਿਬ ਪੰਚਮ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰਾਂ ਦਾ ਸਰੀਰ ਪਿਆ ਹੈ। ਵਿਦਿਕ ਸਮਗਰੀ ਲੈ ਕਰ ਆਏ, ਸਿੱਖ ਸੰਸਕਾਰ ਦੀਆਂ ਸਮੱਗਰੀਆਂ ਲੈ ਕੇ ਆ ਰਹੇ ਨੇ। ਕੋਈ ਘਿਓ ਲੈ ਕੇ ਆ ਰਿਹਾ ਹੈ, ਕੋਈ ਚੰਦਨ ਲੈ ਕੇ ਆ ਰਿਹਾ ਹੈ, ਕੋਈ ਸੋਹਣੇ ਵਸਤਰ ਮਹਾਰਾਜ ਨੂੰ ਪਹਿਰਾਉਣ ਵਾਸਤੇ ਲਿਆ ਰਿਹਾ ਹੈ। ਨਾਲੇ ਤਾਂ ਸਤਿਗੁਰੂ ਜੀ ਦੇ ਸੰਸਕਾਰ ਦੀਆਂ ਸਮੱਗਰੀਆਂ ਲਿਆਉਂਦੇ ਨੇ, ਤੇ ਨਾਲੇ ਬੜੇ ਬੈਰਾਗ ਨਾਲ ਸ਼ਬਦ ਪੜ੍ਹਦੇ ਨੇ ਕਿ ਸੱਚੇ ਪਾਤਸ਼ਾਹ ਮਹਾਰਾਜ ਧੰਨੋ ਤੁਸੀਂ, ਧੰਨੋ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤੁਸੀਂ ਮਹਾਨ ਸ਼ਹਾਦਤ ਦਾ ਨੀਂਹ ਰੱਖ ਦਿੱਤੀ ਸ਼ਹੀਦਾਂ ਦੇ ਪੰਥ ਦੀ, ਸ਼ਹੀਦਾਂ ਦੇ ਸਰਤਾਜ ਬਣ ਗਏ ਸਤਿਗੁਰੂ ਜੀ। ਹਾਂਜੀ, ਅਤਰ ਫੂਲ ਅੰਬੀਰ ਗੁਲਾਲ, ਅਤਰ, ਗੁਲਾਲ, ਅੰਬੀਰ, ਬੜੇ ਬੜੇ ਸੋਹਣੇ ਸੁਗੰਧੀ ਵਾਲੇ ਫੁੱਲ, ਗੁਲਾਬ ਦੇ, ਐਸੇ ਚਮੇਲੀ ਦੇ, ਭਾਂਤ ਭਾਂਤ ਦੇ ਫੁੱਲਾਂ ਦੀਆਂ ਮਾਲਾ ਬਣਾ ਬਣਾ ਕੇ ਲਿਆਏ ਨੇ ਸਿੱਖ। ਬਰਖਾਵਤ ਹੋਈ ਤਰ ਲਾਲ, ਫੁੱਲਾਂ ਦੀ ਵਰਖਾ ਕਰ ਕਰਕੇ ਨਾ ਰਾਵੀ ਦਾ ਕੰਢਾ ਮੀਲਾਂ ਵਿੱਚ ਲਾਲੋ ਲਾਲ ਕਰ ਦਿੱਤਾ ਸਿੱਖਾਂ ਨੇ। ਇੰਨਾ ਉਸ ਵੇਲੇ ਸੰਗਤਾਂ ਦੇ ਮਨ ਵਿੱਚ ਸਾਧ ਸੰਗਤ ਜੀ ਪਿਆਰ ਸੀਗਾ, ਬੈਰਾਗ ਸੀ। ਜਿਸ ਪਿਆਰੇ ਸਿਉ ਨਿਹੋ ਤਿਸ ਆਗੇ ਮਰ ਚਲੀਐ, ਤ੍ਰਿਗ ਜੀਵਨ ਸੰਸਾਰ ਤਾ ਕਹਿ ਪਾਛੈ ਜੀਵਨਾ। ਜਿਸ ਪਿਆਰੇ ਨਾਲ ਪ੍ਰੇਮ ਹੈ ਉਸ ਤੋਂ ਪਹਿਲਾਂ ਹੀ ਮਰੀਏ, ਐਸੀ ਭਾਵਨਾ ਨਾਲ ਸੰਗਤਾਂ ਸੰਸਕਾਰ ਤੇ ਪਹੁੰਚੀਆਂ ਹਨ। ਨਦੀ ਤੀਰ ਥਿਰ ਸਿੱਖ ਚੱਲ ਆਏ, ਨਦੀ ਦੇ ਕੰਢੇ ਤੇ ਬਹੁਤ ਸੰਗਤਾਂ ਆ ਗਈਆਂ ਨੇ। ਬਿਧੀ ਚੰਦ ਆਦਿਕ ਦਰਸਾਏ, ਬਾਬਾ ਬਿਧੀ ਚੰਦ ਜੀ ਨੇ, ਭਾਈ ਜੇਠਾ ਜੀ ਨੇ, ਭਾਈ ਪੁਰਾਣਾ ਜੀ ਨੇ ਵੇਖਿਆ ਸੰਗਤਾਂ ਬਹੁਤ ਆ ਰਹੀਆਂ ਨੇ। ਸੰਗਤਾਂ ਦਾ ਤੇ ਸਮੁੰਦਰ ਹੀ ਉਮੜ ਪਿਆ ਹੈ, ਸਾਰਾ ਸ਼ਹਿਰ ਹੀ ਆ ਗਿਆ ਹੈ, ਕਿਉਂਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹ ਕਿਸੇ ਇੱਕ ਜਾਤੀ ਦੇ, ਇੱਕ ਮਜ਼ਹਬ ਦੇ, ਇੱਕ ਕੌਮ ਦੇ ਨਹੀਂ ਸਨ। ਉਹਦਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਪਰਮੇਸ਼ਰ ਸਾਰੀ ਦੁਨੀਆ ਦਾ ਹੁੰਦਾ। ਸਤਿਗੁਰੂ ਸਭਨਾ ਦਾ ਭਲਾ ਮਨਾਏਂਦਾ, ਸਾਰਿਆਂ ਦਾ ਭਲਾ ਕਰਨ ਵਾਲੇ ਸਨ। ਇਸ ਕਰਕੇ ਸਾਰੇ ਹੀ ਗਰੀਬ ਵੀ, ਅਮੀਰ ਵੀ, ਹਿੰਦੂ ਵੀ, ਮੁਸਲਮਾਨ ਵੀ, ਬ੍ਰਾਹਮਣ ਵੀ, ਸ਼ੂਦਰ ਵੀ,
ਸਭ ਲੋਕ ਦਰਸ਼ਨਾਂ ਲਈ ਆਏ ਹਨ। ਦੂਜੀ ਸਰਬ ਵਾਰਤਾ ਗੁਰ ਕੀ। ਤੇ ਆ ਕੇ ਭਾਈ ਬਿਧੀ ਚੰਦ ਜੀ ਕੋਲੋਂ, ਭਾਈ ਜੇਠਾ ਜੀ ਕੋਲੋਂ, ਭਾਈ ਲੰਗਾ ਜੀ ਕੋਲੋਂ ਸ਼ਹਿਰ ਵਾਲੇ ਸਿੱਖ ਮਹਾਰਾਜ ਬਾਰੇ ਪੁੱਛ ਰਹੇ ਨੇ ਵੀ ਕੀ ਬਾਣਾ ਵਰਤਿਆ ਹੈ, ਇਹ ਕਿਵੇਂ ਹੋਇਆ ਹੈ। ਸਾਨੂੰ ਕਿਰਪਾ ਕਰਕੇ ਮਹਾਰਾਜ ਦਾ ਜੋਤੀ ਜੋਤ ਸਮਾਨ ਦਾ ਪ੍ਰਸੰਗ ਸੁਣਾਓ। ਸਭ ਸੋ ਕਹੀ ਕਹੀ ਜਿਮ ਉਰ ਕੀ। ਭਾਈ ਬਿਧੀ ਚੰਦ, ਭਾਈ ਜੇਠੇ, ਭਾਈ ਪੁਰਾਣੇ, ਭਾਈ ਲੰਗਾ ਨੇ ਸਾਰੇ ਸਿੱਖਾਂ ਨੇ ਬੜੇ ਬੈਰਾਗ ਨਾਲ ਦੱਸਿਆ ਹੈ। ਜੋ ਬੀਤਿਆ ਸੀ ਉਸ ਸ਼ਹਿਰ ਦੇ ਲੋਕਾਂ ਨੂੰ ਸੁਣਾਇਆ ਹੈ। ਨਹੀਂ ਦੇਹ ਕੋ ਦਾਹ ਉਚਾਰਾ। ਇਹ ਵੀ ਦੱਸਤਾ ਵੀ ਮਹਾਰਾਜ ਕਹਿੰਦੇ ਸਾਡੇ ਸਰੀਰ ਦਾ ਸੰਸਕਾਰ ਨਾ ਕਰੋ, ਕਰੋ ਪ੍ਰਵਾਹਨ ਬਾਰ ਮਜਾਰਾ। ਕਿ ਜਲ ਵਿੱਚ ਪ੍ਰਵਾਹ ਕਰਨਾ ਹੈ, ਇਹ ਦਰਿਆ ਵਿੱਚ ਨਿਵਾਸ ਕਰਨਾ। ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੁਕਮ ਸੁਣਾਇਆ ਸੰਗਤ ਨੂੰ। ਮੇਰੋ ਦਰਸ਼ਨ ਇਹ ਦਰਿਆਓ। ਮਹਾਰਾਜ ਕਹਿ ਕੇ ਗਏ ਨੇ ਵੀ ਮੇਰੇ ਦਰਸ਼ਨ, ਇਹ ਰਾਵੀ ਦੇ ਦਰਸ਼ਨ ਕਰ ਲੋ, ਸਾਡੇ ਦਰਸ਼ਨ ਹੋਣਗੇ। ਉੱਤਰ ਕੋ ਸਿਰ ਦਛਨ ਪਾਓ। ਉੱਤਰ ਵਾਲਾ ਪਾਸਾ ਰਾਵੀ ਦਾ ਸਾਡਾ ਸੀਸ ਹੋਵੇਗਾ ਤੇ ਦੱਖਣ ਵਾਲਾ ਰਾਵੀ ਦਾ ਪਾਸਾ ਸਾਡੇ ਚਰਨ ਹੋਣਗੇ। ਜਿਹੜਾ ਰਾਵੀ ਦੇ ਦਰਸ਼ਨ ਕਰੇਗਾ ਉਹਨੂੰ ਸਾਡੇ ਦਰਸ਼ਨਾਂ ਦਾ ਫਲ ਪ੍ਰਾਪਤ ਹੋਵੇਗਾ। ਸੁਨ ਸਿੱਖ ਸਦਨ ਸਦਨ ਰੁਦਨਾਏ। ਸਾਧ ਸੰਗਤ ਜੀ, ਇਹ ਖਬਰ ਸੁਣ ਕੇ ਘਰ ਘਰ ਵਿੱਚ ਸੰਗਤਾਂ ਬੈਰਾਗ ਕਰ ਰਹੀਆਂ ਸਨ। ਕੋਈ ਅੱਖ ਐਸੀ ਨਹੀਂ ਸੀ ਜਿਹੜੀ ਹੰਝੂ ਨਹੀਂ ਸੀ ਕੇਰ ਰਹੀ। ਬੱਚੇ, ਬੀਬੀਆਂ, ਬੁੱਢੇ, ਜਵਾਨ ਸਭ ਲੋਕ ਬੈਰਾਗ ਕਰਦੇ ਹੋਏ ਘਰਾਂ ਦੇ ਕੰਮਾਂ ਨੂੰ ਸੰਕੋਚ ਕੇ ਤੇ ਰਾਵੀ ਵੱਲ ਆ ਰਹੇ ਸਨ। ਦੌੜ ਦੌੜ ਮਿਲ ਕੇ ਸਮੁਦਾਏ। ਦੌੜ ਦੌੜ ਕੇ ਮਿਲ ਰਹੇ ਸਨ ਵੀ ਮਹਾਰਾਜ ਨੂੰ ਕੀ ਹੋਇਆ ਹੈ। ਇਹ ਖਬਰ ਏਦਾਂ ਸੀ ਜਿਵੇਂ ਅਚਾਨਕ ਹੀ ਕੋਈ ਪਹਾੜ ਡਿੱਗ ਪਿਆ ਹੋਵੇ, ਅਚਾਨਕ ਹੀ ਕੋਈ ਵੱਡੀ ਭਾਰੀ ਮੁਸੀਬਤ ਪੈ ਗਈ ਹੋਵੇ ਸਾਰੀ ਦੁਨੀਆ ਦੇ ਉੱਤੇ। ਸੋ ਸਾਰੇ ਪਾਸੇ ਹਾਹਾਕਾਰ ਮਚ ਗਈ। ਵਾਹਿਗੁਰੂ ਸਭ ਬਦਨ ਕਹੰਤੇ। ਤੇ ਸਾਰੀਆਂ ਸੰਗਤਾਂ ਨੂੰ ਸਿਆਣੇ ਸਿੱਖ ਕਹਿੰਦੇ ਭਾਈ ਰੋਵੋ ਨਾ, ਸਤਨਾਮ ਵਾਹਿਗੁਰੂ ਦਾ ਜਾਪ ਕਰੋ। ਸੰਗਤਾਂ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਦੇ ਜਾਪ ਵਿੱਚ ਲੱਗੀਆਂ ਹਨ। ਇਕੱਠੇ ਪਏ ਅਦਕ ਦੁਖਵੰਤੇ। ਹਜ਼ਾਰਾਂ ਸਿੱਖ ਦੁਖੀ ਆਤਮਾਵਾਂ ਗੁਰੂ ਦੇ ਪਿਆਰ ਵਿੱਚ ਦੁਖੀ ਹੋਈਆਂ, ਇਕੱਠੀਆਂ ਹੋਈਆਂ ਹਨ। ਤਤ ਛਿਨ ਸੁੰਦਰ ਰਚਿਓ ਬਿਮਾਨਾ। ਉਸ ਵੇਲੇ ਸੰਗਤਾਂ ਨੇ ਰਲ ਕੇ ਬਹੁਤ ਮਾਇਆ ਖਰਚ ਕੇ ਮਹਾਰਾਜ ਦਾ ਵਿਮਾਨ ਬੜਾ ਸੁੰਦਰ ਸਜਾਇਆ ਹੈ। ਸਿੱਖਨ ਖਰਚਿਓ ਦਰਬ ਮਹਾਨਾ। ਸਿੱਖਾਂ ਨੇ ਬਹੁਤ ਮਾਇਆ ਖਰਚੀ ਹੈ ਸਤਿਗੁਰਾਂ ਦਾ ਵਿਮਾਨ ਸਜਾਉਣ ਲਈ। ਸਤਿਗੁਰ ਸੇਵ ਜੇ ਹੋਏ ਇਸ ਸਮੇਂ। ਸਿੱਖ ਸੋਚਦੇ ਹੈ ਕਿ ਇਹ ਮਹਾਰਾਜ ਸਾਹਿਬ ਜੀ ਦੀ ਆਖਰੀ ਸੇਵਾ ਹੈ, ਕਰ ਲਈਏ। ਜੇ ਸਾਡੀ ਸੇਵਾ ਲੇਖੇ ਲੱਗ ਜਾਵੇ, ਬੜੇ ਭਾਗ ਤੇ ਪ੍ਰਾਪਤ ਹਮੈ। ਸਾਡੇ ਭਾਗ ਚੰਗੇ ਕਿ ਸਾਨੂੰ ਮਹਾਰਾਜ ਦੀ ਸੇਵਾ ਮਿਲੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਅੰਤਮ ਸਮੇਂ ਦੀ ਸੇਵਾ ਸਿੱਖ ਬੜੀ ਸ਼ਰਧਾ ਨਾਲ ਕਰਦੇ ਹਨ। ਫਲ ਟੋਟ ਹੋਇ ਕੌਣ ਸੋ ਜਾਣੈ। ਕਹਿੰਦੇ ਇਹਦਾ ਫਲ ਕਿੰਨਾ ਮਿਲੇਗਾ ਜਿਹਦੇ 'ਚ ਕਦੀ ਤੋਟ ਨਹੀਂ ਆਵੇਗੀ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਮਹਾਰਾਜ ਸਾਹਿਬ ਪੰਚਮ ਪਾਤਸ਼ਾਹ ਜੀ ਦੇ ਸੰਸਕਾਰ ਦੀ ਸੇਵਾ ਹੈ, ਅੰਤਮ ਸਮੇਂ ਦੀ ਸੇਵਾ ਹੈ। ਇਹਨੂੰ ਕੋਈ ਦੱਸ ਨਹੀਂ ਸਕਦਾ ਇਹਦਾ ਫਲ ਕਿੰਨਾ ਹੋਵੇਗਾ। ਮਿਲਹਿ ਪਰਸਪਰ ਏਵ ਬਖਾਨਾ। ਇਹ ਸਿੱਖ ਆਪਸ ਵਿੱਚ ਇੱਕ ਦੂਜੀ ਨਾਲ ਮਿਲ ਕੇ ਗੱਲਾਂ ਕਰਦੇ ਨੇ। ਜ਼ਰੀ ਬਾਦਲਾ ਰੇਸ਼ਮ ਚੀਰ। ਜਰੀ ਦੇ ਪੁਸ਼ਾਕੇ, ਜਰੀ ਬਾਦਲੇ ਦੇ ਬੜੇ, ਅੱਜ ਕੱਲ ਤਾਂ ਉਹ ਕੱਪੜੇ ਬਣਦੇ ਹੀ ਨਹੀਂ। ਬੜੇ ਆਲਾ ਦਰਜੇ ਦੇ ਕੱਪੜੇ ਬਣਦੇ ਹੁੰਦੇ ਸਨ। ਰੇਸ਼ਮੀ ਕੱਪੜੇ, ਜਰੀ ਬਾਦਲੇ ਦੇ ਬਸਤਰ ਸੰਗਤਾਂ ਲੈ ਕੇ ਆਈਆਂ ਨੇ। ਪਰ ਹੈ ਦੁਸ਼ਾਲੇ ਮੋਲ ਗਹੀਰ। ਔਰ ਬੜੇ ਮਹਿੰਗੇ ਮਹਿੰਗੇ ਦੁਸ਼ਾਲੇ ਲਾਹੌਰ ਦੇ ਸਿੱਖ ਲੈ ਕੇ ਆਏ ਨੇ, ਕਿਉਂਕਿ ਲਾਹੌਰ ਵਿੱਚ ਅਰਬਾਂਪਤੀ ਸਿੱਖ ਸਨ, ਬੜੇ ਬੜੇ ਵੱਡੇ ਸੇਠ ਲੋਕ ਸਨ, ਮਾਇਆਧਾਰੀ ਗੁਰੂ ਦੇ ਪਿਆਰੇ। ਉਹ ਬੜੇ ਬੜੇ ਮਹਿੰਗੇ ਦੁਸ਼ਾਲੇ
ਸੱਚੇ ਪਾਤਸ਼ਾਹ ਜੀ ਨੂੰ ਪਹਿਰਾਣ ਵਾਸਤੇ ਲੈ ਕੇ ਆਏ ਨੇ। ਸੇਤ ਬਸਤਰ ਮਸੂਰ ਬਿਦ ਕਨੇ। ਉਹ ਕਹਿੰਦੇ ਚਿੱਟੇ ਕੱਪੜੇ, ਤੇ ਜਿਹੜੇ ਸਾਧ ਸੰਗਤ ਜੀ ਮਸਰੂ ਕਹਿੰਦੇ ਨੇ ਵੀ ਅੱਧਾ ਰੇਸ਼ਮ ਤੇ ਅੱਧਾ ਸੂਤ ਪਾ ਕੇ, ਵਿੱਚੇ ਸੂਤਰ ਦਾ ਧਾਗਾ ਹੁੰਦਾ ਤੇ ਵਿੱਚੇ ਰੇਸ਼ਮ ਦਾ, ਉਹਨੂੰ ਮਿਲਾ ਕੇ ਬਣਾਉਂਦੇ ਨੇ, ਉਹਨੂੰ ਮਸ਼ਰੂ ਕਹਿੰਦੇ ਨੇ। ਮਸ਼ਰੂ ਦੇ ਕੱਪੜੇ ਤੇ 2 ਘੋੜਿਆਂ ਦੀ ਬੋਸਕੀ, ਏਦਾਂ ਦੇ ਕੱਪੜੇ ਹੁੰਦੇ ਸਨ ਉਸ ਜ਼ਮਾਨੇ। ਜਰੀ ਬਾਦਲਾ ਤੇ ਉਹ ਵਧੀਆ ਵਧੀਆ ਬਸਤਰ, ਜਿਹੜੇ ਵੰਨ ਸੁਵੰਨੇ ਕੱਪੜੇ। ਉੱਪਰ ਪਾਏ ਸ਼ੋਕ ਮਨ ਸਨੇ। ਸੰਗਤਾਂ ਨੇ ਬੜੇ ਸ਼ੋਕ ਨਾਲ, ਬੜੇ ਵਿਰਾਗ ਨਾਲ, ਬੜੇ ਦੁਖੀ ਹਿਰਦਿਆਂ ਨਾਲ ਉਹ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਉੱਤੇ ਪਾਏ ਹਨ। ਸੰਖ ਬ੍ਰਿੰਦ ਭਰ ਫੂਕ ਬਜਾਏ। ਪਰ ਬਹੁਤ ਸਾਰੇ ਸਿੱਖਾਂ ਨੇ ਸੰਖ ਵਜਾਏ ਹਨ। ਸੰਖਨ ਕੀ ਧੁਨ ਘੰਟਨ ਕੀ, ਕਰ ਫੂਲਨ ਕੀ ਵਰਖਾ ਬਰਖਾਵੇਂ। ਬੈਰਾਗ ਵਿੱਚ ਫੂਕਾਂ ਮਾਰ ਕੇ ਸੰਖ ਧੁਨੀ ਕੀਤੀ, ਸੰਖਨਾਦ ਕੀਤਾ ਹੈ। ਸ੍ਰੀ ਗੁਰ ਕੀ ਜੈ ਕੂਚ ਸੁਨਾਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਹਾਡੀ ਜੈ ਹੋਵੇ, ਹਰ ਮੈਦਾਨ ਤੁਹਾਡੀ ਜੈ ਹੋਵੇ, ਜੈ ਜੈਕਾਰ ਹੋਵੇ। ਸਾਰੀਆਂ ਸੰਗਤਾਂ ਗੁਰੂ ਅਰਜਨ ਦੇਵ ਜੀ ਦੇ ਨਾਮ ਦੇ ਜੈਕਾਰੇ ਲਾਉਂਦੀਆਂ ਨੇ। ਚਾਮਰ ਚਾਰ ਚਾਰ ਦਿਸ ਫੇਰੇ। ਪਰ ਬੜੇ ਸੋਹਣੇ ਚੌਰ ਲਿਆ ਕੇ ਮਹਾਰਾਜ ਦੇ ਚਾਰੇ ਪਾਸੇ ਸਿੱਖ ਚੌਰ ਝੁਲਾਉਂਦੇ ਨੇ ਵਿਵਾਨ ਦੇ ਉੱਤੇ। ਫੂਲ ਮਾਲ ਲੜਕਾ ਇੱਕ ਨੇਰੇ। ਵਿਵਾਨ ਬੜਾ ਸੋਹਣਾ ਸਜਾਇਆ, ਬੜੇ ਬੜੇ ਸੋਹਣੇ ਫੁੱਲਾਂ ਦੀਆਂ ਮਾਲਾ, ਗੁਲਾਬ ਦੇ ਫੁੱਲਾਂ ਦੀਆਂ, ਚਮੇਲੀ ਦੇ ਫੁੱਲਾਂ ਦੀਆਂ, ਗੇਂਦੇ ਦੇ ਫੁੱਲਾਂ ਦੀਆਂ ਵੰਨ ਸੁਵੰਨੀਆਂ ਮਾਲਾ ਮਹਾਰਾਜ ਦੇ ਵਿਵਾਨ ਦੇ ਆਲੇ ਦੁਆਲੇ ਲਟਕਾਈਆਂ ਨੇ। ਚੰਦਨ ਚਰਚ ਹੈ ਧੂਪ ਤੁਖਾਗ ਹੈ। ਤੇ ਚੰਦਨ ਛਿੜਕਦੇ ਨੇ, ਧੂਫਾਂ ਤੁਖਾਂਦੇ ਨੇ, ਸੁਗੰਧੀ ਰਾਸ। ਕਿਉਂਕਿ ਸਾਧ ਸੰਗਤ ਜੀ, ਇਹ ਚੰਦਨ, ਕੇਸਰ ਜਾਂ ਇਹ ਧੂਫਾਂ, ਇਹ ਕਿਸੇ ਇੱਕ ਕੌਮ ਦੀ ਪ੍ਰਾਪਰਟੀ ਨਹੀਂ। ਅੱਜ ਕੱਲ ਜੇ ਕਿਤੇ ਕਥਾ 'ਚ ਕਹਿ ਦਈਏ ਨਾ, ਤੇ ਕਈ ਸਾਡੇ ਭਰਾ ਉਹ ਵੀ ਹੁੰਦੇ ਨੇ, ਉਹ ਕਹਿੰਦੇ ਜੀ ਇਹ ਸੰਖ ਦੇ ਹਿੰਦੂਆਂ ਦੇ ਹੁੰਦੇ ਨੇ, ਧੂਫਾਂ ਦੇ ਹਿੰਦੂਆਂ ਦੀ ਹੁੰਦੀਆਂ ਨੇ, ਚੰਦਨ ਤੇ ਹਿੰਦੂਆਂ ਦਾ ਹੁੰਦਾ। ਮੈਨੂੰ ਦੱਸੋ ਵੀ ਚੰਗੀ ਚੀਜ਼ ਸਿੱਖਾਂ ਕੋਲ ਵੀ ਕੋਈ ਰਹਿਣ ਦੇਣੀ ਹੈ ਕਿ ਸਾਰੇ ਹਿੰਦੂਆਂ ਦੇ ਵਿਹੜੇ ਸੁੱਟਣੀ ਆਪਾਂ? ਧੂਫ ਵੀ ਉਹਨਾਂ ਦੇ ਘਰ ਤੇ ਆਪਾਂ ਉੱਥੇ ਕੀ ਆਪਣੇ ਮੁਸ਼ਕ ਪਾ ਛੱਡੀਏ ਗੁਰਦੁਆਰਿਆਂ ਵਿੱਚ? ਨਹੀਂ, ਇਹ ਕੁਦਰਤੀ ਚੀਜ਼ਾਂ ਨੇ, ਕਿਸੇ ਧਰਮ ਦੀ ਪ੍ਰਾਪਰਟੀ ਨਹੀਂ। ਆਪਾਂ ਨੂੰ ਸਮਝਣਾ ਚਾਹੀਦਾ ਇਹਨਾਂ ਗੱਲਾਂ ਨੂੰ। ਚੌਰ ਮੰਦਰਾਂ ਵਿੱਚ ਹਿੰਦੂ ਵੀ ਆਪਣੇ ਮੂਰਤੀਆਂ ਦੇ ਕਰਦੇ ਆ, ਅਸੀਂ ਵੀ ਆਪਣੇ ਸਤਿਗੁਰੂ ਦੇ ਕਰਦੇ ਆ। ਉਹ ਅਸੀਂ ਕਈ ਵੀ ਉਹ ਕਰਦੇ ਆ ਤੇ ਆਪਾਂ ਮਹਾਰਾਜ ਦੇ ਹੁਣ ਚੌਰ ਵੀ ਨਾ ਕਰੀਏ। ਆਪਾਂ ਮਹਾਰਾਜ ਨੂੰ ਮੱਥਾ ਵੀ ਨਾ ਟੇਕੀਏ, ਉਹ ਮੱਥਾ ਟੇਕਦੇ। ਉਹ ਪਰਿਕਰਮਾ ਕਰਦੇ, ਅਸੀਂ ਪਰਿਕਰਮਾ ਵੀ ਨਾ ਕਰੀਏ। ਐਸੀਆਂ ਮੂਰਖਤਾ ਭਰੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਚੀਜ਼ਾਂ ਨੇਚਰਲੀ ਨੇ। ਮਹਾਰਾਜ ਸੱਚੇ ਪਾਤਸ਼ਾਹ ਦਾ ਵਿਵਾਨ ਸਜਾਇਆ, ਸੰਗਤਾਂ ਚੰਦਨ ਦੀ, ਕੇਸਰ ਦਾ ਛਿੜਕਾਓ ਕਰ ਰਹੀਆਂ ਨੇ। ਕਰ ਜੋਰ ਹੈ ਔਰ ਪ੍ਰੇਮ ਵਧਾਵ ਹੈ। ਕਹਿੰਦੇ ਪ੍ਰੇਮ ਨਾਲ, ਸ਼ਰਧਾ ਨਾਲ ਹੱਥ ਜੋੜ ਜੋੜ ਕੇ ਗੁਰੂ ਮਹਾਰਾਜ ਸਾਹਿਬ ਨੂੰ ਨਮਸਕਾਰਾਂ ਕਰਦੇ ਨੇ। ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ। ਇਸ ਤਰ੍ਹਾਂ ਸੰਗਤਾਂ ਜਾਪ ਕਰਦੀਆਂ ਨੇ। ਸੁਨੈ ਸੁਨੈ ਚੰਦੂ ਖਲ ਬਿੰਦ ਹੈ। ਤੇ ਕਹਿੰਦੇ ਨੇ ਪਾਪੀ ਚੰਦੂ ਦਾ ਬੇੜਾ ਗਰਕ ਹੋ ਜਾਏ, ਇਹਦਾ ਕੱਖ ਨਾ ਰਵੇ। ਇਹ ਦੁਸ਼ਟ ਬੜਾ ਨੀਚ ਹੈ, ਮਹਾ ਮੂਰਖ ਬੰਦਾ, ਜਿਹਨੇ ਮਹਾਂਪੁਰਸ਼ਾਂ ਨਾਲ ਮੱਥਾ ਲਾ ਲਿਆ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਆਗੇ ਪਾਛੇ ਸੁਖ ਨਹੀਂ, ਮਰ ਜੰਮੈ ਵਾਹ। ਇਹ ਚੰਦੂ ਉਸ ਕੁੰਭੀ ਨਰਕ 'ਚ ਪਏਗਾ ਜਿੱਥੋਂ ਕਦੀ ਵੀ ਨਾ ਨਿਕਲ ਸਕੇ। ਗੁਰ ਹਤਿਆਰਾ ਦੋਖੀ ਬਿੰਦ ਹੈ। ਇਹ ਗੁਰੂ ਦਾ ਹਥਿਆਰਾ ਹੈ, ਇਹ ਗੁਰੂ ਘਰ ਦਾ ਦੋਖੀ ਹੈ। ਇਸ ਨੇ ਆਪਣਾ ਲੋਕ ਵੀ ਗਵਾ ਲਿਆ, ਇਹਨੇ ਆਪਣਾ ਪਰਲੋਕ ਵੀ ਗਵਾ ਲਿਆ। ਦੋਈ ਜਾਨੀ ਇਸ ਚੰਦੂ ਦਾ ਮੂੰਹ ਕਾਲਾ ਹੋਣਾ ਹੈ। ਦਰਬ ਗੁਰੂ ਪਰ ਅਗਰ ਬਗਾਵੇ। ਤੇ ਗੁਰੂ ਕੇ ਸਿੱਖ ਆਪਣੇ ਗੁਰੂ ਤੋਂ ਬਲਿਹਾਰ ਜਾਂਦੇ ਨੇ। ਸਤਿਗੁਰੂ ਦੇ ਵਿਵਾਨ ਦੇ ਉੱਤੋਂ ਦੀ ਮਾਇਆ ਦੀ ਛੋੜ ਕਰਦੇ ਨੇ। ਗਰੀਬ ਗੁਰਬੇ ਉਹ ਮਾਇਆ ਚੁਗ ਲਿਆ ਕਰਦੇ ਸਨ। ਗੁਰੂ ਸਾਹਿਬ ਜੀ ਦੇ ਵਿਵਾਨ ਦੇ ਉੱਤੋਂ ਦੀ ਫੁੱਲਾਂ ਦੀ ਵਰਖਾ ਕਰਦੇ ਨੇ, ਮਾਇਆ ਦੀ ਵਰਖਾ ਕਰਦੇ ਨੇ। ਲੋਕ ਹਜ਼ਾਰ ਹੋ ਬੀਨਤ ਜਾਵੇ। ਤੇ ਹਜ਼ਾਰਾਂ ਗਰੀਬ ਲੋਕ ਉਹ ਮਾਇਆ ਚੁਗਦੇ ਜਾਂਦੇ ਨੇ। ਸੁੱਟਣ ਵਾਲੇ ਵੀ ਗੁਰੂ ਦੇ ਪਿਆਰੇ ਨੇ ਤੇ ਚੁੱਕਣ ਵਾਲੇ ਵੀ ਗੁਰੂ ਦੇ ਪਿਆਰੇ ਨੇ। ਹਜ਼ਾਰਾਂ ਸੰਗਤਾਂ, ਸਾਧ ਸੰਗਤ ਜੀ ਰਾਵੀ ਦੇ ਕੰਢੇ ਤੇ
ਸਤਿਗੁਰੂ ਅਰਜਨ ਦੇਵ ਜੀ ਦਾ ਅੰਤਮ ਦਰਸ਼ਨ ਕਰਨ ਲਈ ਆਈਆਂ ਨੇ। ਕੇਤਕ ਜਪਜੀ ਪਾਠ ਪਠੰਤੇ ਕਿ ਨਹੀਂ ਸਿੱਖ ਸ੍ਰੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ ਬੜੇ ਪ੍ਰੇਮ ਨਾਲ। ਕੇਤਕ ਗੁਰੂ ਗੁਰੂ ਸਿਮਰੰਤੇ ਤੇ ਕਈ ਗੁਰੂ 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 ਜਪਦੇ ਨੇ, ਵਾਹਿਗੁਰੂ 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 ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਮਹਾਰਾਜ ਦੀਆਂ ਸੰਗਤਾਂ ਬੈਰਾਗ ਨਾਲ, ਅੱਖਾਂ ਭਰੀਆਂ ਹੋਈਆਂ ਜਲ ਦੇ ਨਾਲ, ਗਲ ਵੀ ਭਰੇ ਹੋਏ ਨੇ, ਮੂੰਹ ਤੋਂ ਬੋਲਿਆ ਨਹੀਂ ਜਾਂਦਾ। ਬਸ ਗੁਰੂ ਅਰਜਨ ਦੇਵ ਦੀ ਯਾਦ ਜਦੋਂ ਆਉਂਦੀ ਹੈ ਤੇ ਕਾਲਜਾ ਕੱਢ ਕੱਢ ਕੇ ਲਿਜਾਂਦੀ ਹੈ। ਉਹ ਦਰਦ ਜਿਹੜਾ ਗੁਰੂ ਕੇ ਸਿੱਖਾਂ ਦੇ ਮਨਾਂ ਤੇ ਉੱਥੇ ਵਰਤ ਰਿਹਾ ਸੀ, ਉਹ ਹੀ ਜਾਣਦੇ ਆ ਸਾਧ ਸੰਗਤ ਜੀ। ਉਹਨਾਂ ਗੁਰਸਿੱਖਾਂ ਨੂੰ ਵੀ ਨਮਸਕਾਰ ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅੰਤਮ ਦਰਸ਼ਨ ਕੀਤੇ। ਹਾਂਜੀ। ਕਿਤਕ ਸਵਾਸ ਲੈ ਸ਼ੋਕ ਵਧਾਦਾ ਕਈ ਸਿੱਖ ਜਿਹੜੇ ਵਿਚਾਰੇ ਲੰਮੇ ਲੰਮੇ ਸਾਹ ਲੈਂਦੇ, ਨਿਸਾਸੇ ਮਾਰਦੇ ਆ, ਸ਼ੋਕ ਵਧਾਉਂਦੇ ਆ, ਕਹਿੰਦੇ ਇਹ ਕਿੱਦਾਂ ਦਾ ਸਮਾਂ ਆ ਗਿਆ, ਅੱਜ ਅਸੀਂ ਕਿਹੜੀ ਘੜੀ ਵੇਖ ਰਹੇ ਹਾਂ। ਏਦਾਂ ਤੇ ਅਸੀਂ ਸੋਚਿਆ ਨਹੀਂ ਸੀ ਕਿ ਇਹ ਘੜੀ ਵੀ ਸਾਡੀ ਜ਼ਿੰਦਗੀ ਜਾਵੇਗੀ, ਕਿ ਸਾਡੇ ਸਤਿਗੁਰਾਂ ਨੂੰ ਇਹ ਪਾਪੀ ਸ਼ਹੀਦ ਕਰ ਦੇਵੇਗਾ ਤਸੀਹੇ ਦੇ ਦੇ ਕੇ, ਤਤੀਆਂ ਤਵੀਆਂ ਤੇ ਬਿਠਾ ਬਿਠਾ ਕੇ, ਤੱਤਾ ਰੇਤਾ ਪਾ ਪਾ ਕੇ ਮਹਾਰਾਜ ਨੂੰ ਇੰਨੇ ਦੁੱਖ ਦੇ ਕੇ ਇਸ ਪਾਪੀ ਨੇ ਸ਼ਹੀਦ ਕਰਨਾ, ਇਹ ਅਸੀਂ ਸੋਚਿਆ ਵੀ ਨਹੀਂ ਸੀ। ਕਿਤਕ ਸਰਾਹੈ ਸ਼ੀਲ ਸੁਹਾਵੈ ਕਈ ਸਿੱਖ ਗੁਰੂ ਅਰਜਨ ਦੇਵ ਜੀ ਦੇ ਸੁਭਾਅ ਨੂੰ ਚੇਤੇ ਕਰ ਕਰਕੇ ਸਲਾਹੁੰਦੇ ਨੇ, ਕਹਿੰਦੇ ਕਿੰਨੇ ਮਿੱਠ ਬੋਲੜੇ ਸੀ, ਕਿੰਨੇ ਪਾਤਸ਼ਾਹ ਪਿਆਰ ਵਾਲੇ ਸੀ, ਜਿੱਧਰ ਵੀ ਕਿਰਪਾ ਦ੍ਰਿਸ਼ਟੀ ਨਾਲ ਵੇਖਦੇ ਸੀ ਉਹ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਪੱਥਰਾਂ ਨੂੰ ਹੀਰੇ ਬਣਾ ਦਿੰਦੇ ਸੀ। ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ ਗਏ, ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਸ਼ੂ ਪਰੇਤ ਸੁਰ ਨਰ ਪਾਏ। ਧੰਨ ਗੁਰੂ ਅਰਜਨ ਦੇਵ ਜੀ ਜੇ ਲੱਕੜੀ ਵੱਲ ਨਿਗਾਹ ਕੀਤੀ ਤੇ ਚੰਦਨ ਬਣਾਤਾ, ਜੇ ਪੱਥਰਾਂ ਵੱਲ ਨਿਗਾਹ ਕੀਤੀ ਤੇ ਹੀਰੇ ਬਣਾਤੇ। ਉਹ ਚੋਰ ਠੱਗ ਬੇਈਮਾਨ ਬ੍ਰਹਮ ਗਿਆਨੀ ਬਣਾਤੇ। ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਐਸੀ ਮਹਾਨ ਸ਼ਖਸੀਅਤ, ਉਹਨਾਂ ਦੇ ਗੁਣ, ਉਹਨਾਂ ਦੀਆਂ ਵਡਿਆਈਆਂ, ਉਹਨਾਂ ਦਾ ਪਿਆਰ, ਉਹਨਾਂ ਦੀ ਬਾਣੀ, ਉਹਨਾਂ ਦੀ ਰਸਨਾ ਦੇ ਬੋਲ, ਉਹਨਾਂ ਦੀ ਕਥਾ, ਉਹਨਾਂ ਦਾ ਕੀਰਤਨ ਚੇਤੇ ਕਰ ਕਰਕੇ ਸੰਗਤਾਂ ਬੈਰਾਗ ਕਰ ਰਹੀਆਂ ਨੇ। ਕਿਤਕ ਨਿਕਾਰਤ ਖਲ ਕੋ ਗਾਰੀ ਤੇ ਕਈ ਚੰਦੂ ਨੂੰ ਹੀ ਗਾਲਾਂ ਕੱਢੀ ਜਾਂਦੇ ਨੇ, ਕਹਿੰਦੇ ਚੰਦੂ ਬੜਾ ਦੁਸ਼ਟ ਹੈ, ਬੜਾ ਪਾਪੀ ਹੈ, ਉਹਨੇ ਦੁਨੀਆ ਦਾ ਸਭ ਤੋਂ ਘਿਨਾਉਣਾ ਕੰਮ ਕੀਤਾ ਹੈ। ਤੁਰਕ ਰਾਜ ਕੀ ਜਰਾ ਉਖਾਰੀ ਕਹਿੰਦੇ ਨੇ ਸਿੱਖ, ਕਹਿੰਦੇ ਇਹਨਾਂ ਨੇ ਆਪਣੇ ਰਾਜ ਦੀਆਂ ਆਪੇ ਜੜਾਂ ਪੁੱਟ ਲਈਆਂ, ਆਪਣ ਹੱਥੀਂ ਆਪਣੀ ਜੜ ਆਪ ਉਹ ਪੱਟਾ। ਇਹ ਚੰਦੂ ਨੇ ਤੁਰਕਾਂ ਦੇ ਮੁਗਲਾਂ ਦੀ ਜੜ ਪੁੱਟਣ ਦੇ ਲਈ ਸਮਝੋ ਪਹਿਲਾ ਕਿਲ ਠੋਕ ਦਿੱਤਾ, ਜਿਹੜਾ ਦੀਨ ਦੁਨੀਆ ਦੇ ਮਾਲਕ ਮਹਾਰਾਜ ਪੰਚਮ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ ਹੈ। ਲੇਰਾ ਵੀ ਕੇ ਗਏ ਪ੍ਰਵਾਹੂ। ਇਸ ਤਰ੍ਹਾਂ ਸੰਗਤਾਂ ਸ਼ਬਦ ਪੜ੍ਹਦੀਆਂ, ਕੋਈ ਜਪਜੀ ਸਾਹਿਬ ਪੜ੍ਹਦਾ, ਕੋਈ ਵਾਹਿਗੁਰੂ ਵਾਹਿਗੁਰੂ ਜਪਦਾ, ਕੋਈ ਮੂਲ ਮੰਤਰ ਪੜ੍ਹਦਾ, ਕੋਈ ਮਹਾਰਾਜ ਦੇ ਗੁਣਾਂ ਨੂੰ ਯਾਦ ਕਰਦਾ, ਜਿੱਦਾਂ ਜਿੱਦਾਂ ਦੀ ਕਿਸੇ ਦੀ ਅਵਸਥਾ ਹੈ। ਮੈਂ ਬੇਨਤੀ ਕਰਾਂ, ਗੁਰੂ ਘਰ 'ਚ ਆਉਣ ਵਾਲਿਆਂ ਦੀ ਸਾਰਿਆਂ ਦੀ ਇੱਕੋ ਜਿਹੀ ਅਵਸਥਾ ਨਹੀਂ ਹੁੰਦੀ। ਕੋਈ ਕਿੱਥੇ ਪਹੁੰਚਿਆ ਹੁੰਦਾ, ਕੋਈ ਕਿੱਥੇ ਖੜਿਆ ਹੁੰਦਾ, ਕੋਈ ਕਿੱਥੇ ਚੱਲ ਰਿਹਾ ਹੁੰਦਾ, ਤੇ ਸਾਨੂੰ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ। ਇਹ ਨਹੀਂ ਵੀ ਜਿਹੜੀ ਮੇਰੀ ਅਵਸਥਾ ਹੈ ਸਾਰਿਆਂ ਦੀ ਉਹੋ ਜਿਹੀ ਬਣੇ, ਉਹ ਹਰ ਇੱਕ ਬੰਦੇ ਦੀ ਇੱਕੋ ਜਿਹੀ ਨਹੀਂ ਹੋਇਆ ਕਰਦੀ। ਮੇਰਾ ਪ੍ਰਭ ਖੇਲ ਰਚਾਇਆ, ਕੋਏ ਨਾ ਕਿਸੇ ਜਿਹਾ ਉਪਾਇਆ। ਮੇਰੇ ਵਾਹਿਗੁਰੂ ਨੇ ਖੇਡ ਬਣਾਈ ਹੈ, ਇੱਕ ਦੂਜੇ ਨਾਲ ਰਲਦਾ ਨਹੀਂ। ਇੱਕ ਬੰਦੇ ਦਾ ਸੁਭਾਅ ਦੂਜੇ ਬੰਦੇ ਨਾਲ ਨਹੀਂ ਰਲਦਾ, ਇੱਕ ਬੰਦੇ ਦੀ ਅਵਸਥਾ ਦੂਜੇ ਬੰਦੇ ਨਾਲ ਨਹੀਂ ਰਲਦੀ। ਦਰਖਤ ਦੇ ਦੋ ਪੱਤੇ ਤੋੜ ਲਓ, ਉਹ ਨਹੀਂ ਆਪਸ 'ਚ ਰਲਦੇ। ਕੁਦਰਤ ਵਿੱਚ ਪਰਮੇਸ਼ਰ ਨੇ ਵਿਭਿੰਨਤਾ ਪੈਦਾ ਕੀਤੀ ਹੈ। ਤਾਂ ਗੁਰੂ ਕੇ ਸਿੱਖ ਕਈ ਕਿਸਮ ਦੇ ਹਨ, ਕਈ ਪ੍ਰਕਾਰ ਦੇ ਹਨ। ਕੋਈ ਬਾਣੀ ਪੜ੍ਹਨ ਵਾਲੇ, ਕੋਈ ਨਾਮ ਜਪਣ ਵਾਲੇ, ਕੋਈ ਸੇਵਾ ਕਰਨ ਵਾਲੇ। ਉਹ ਆਪਣੇ ਆਪਣੇ ਢੰਗ ਨਾਲ ਆਪਣੇ ਗੁਰੂ ਨੂੰ ਸ਼ਰਧਾਂਜਲੀਆਂ ਦੇ ਰਹੇ ਨੇ, ਗੁਰੂ ਨਾਲ ਪਿਆਰ ਕਰ ਰਹੇ ਨੇ। ਜਹ ਜਲ ਚਲਤ ਕਲਤ ਬਲ ਬਾਹੂ। ਮਹਾਰਾਜ ਦਾ ਵਿਬਾਨ ਮੋਢਿਆਂ ਤੇ ਚੁੱਕ ਲਿਆ। ਬਾਬਾ ਬਿਧੀ ਚੰਦ ਜੀ, ਬਾਬਾ ਜੇਠਾ ਜੀ, ਭਾਈ ਲੰਗਾ ਜੀ, ਭਾਈ ਪੁਰਾਣਾ ਜੀ,
ਇਹ ਗੁਰੂ ਕੇ ਸਿੱਖ ਮਹਾਰਾਜ ਦਾ ਵਿਮਾਨ ਲੈ ਕੇ ਉਧਰ ਵਧੇ ਹਨ ਜਿੱਥੇ ਦਰਿਆ ਦਾ ਨੀਲਾ ਨੀਲਾ ਪਾਣੀ ਤੇਜ਼ ਰਫ਼ਤਾਰ ਨਾਲ ਚੱਲਦਾ ਹੈ। ਬਿਲਿਆ ਜੇਠਾ ਲੰਘ ਪਿਰਾਣਾ। ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਭਾਈ ਲੰਗਾ ਜੀ, ਇਨ ਸਨ ਜਿਸ ਬਿਦ ਅੰਤ ਵਖਾਣਾ। ਕਿਉਂਕਿ ਜਿਵੇਂ ਮਹਾਰਾਜ ਨੇ ਅੰਤ ਸਮੇਂ ਇਹਨਾਂ ਨੂੰ ਹੁਕਮ ਦਿੱਤਾ ਸੀ ਵੀ ਸਾਡਾ ਸਰੀਰ ਜਲ ਪ੍ਰਵਾਹ ਕਰਨਾ ਹੈ, ਰਾਵੀ ਸਾਡਾ ਸਰੀਰ ਹੈ। ਰਹਿੰਦੀ ਦੁਨੀਆ ਤੱਕ ਰਾਵੀ ਨੂੰ ਵੇਖ ਕੇ ਸਿੱਖਾਂ ਨੂੰ ਪੰਚਮ ਪਾਤਸ਼ਾਹ ਯਾਦ ਆਉਣਗੇ। ਆਖੋ ਸ੍ਰੀ ਵਾਹਿਗੁਰੂ। ਰਾਵੀ ਦਾ ਉੱਤਰ ਵਾਲਾ ਪਾਸਾ ਸਾਡਾ ਸੀਸ ਹੈ ਤੇ ਰਾਵੀ ਦਾ ਦੱਖਣ ਵਾਲਾ ਪਾਸਾ ਸਾਡੇ ਚਰਨ ਹਨ। ਇਹ ਕਹਿ ਕੇ ਜੋਤੀ ਜੋਤ ਸਮਾਏ ਸੱਚੇ ਪਾਤਸ਼ਾਹ ਉਸ ਰਾਵੀ ਵਿੱਚ ਲੈ ਚੱਲੇ ਹਨ ਸਤਿਗੁਰਾਂ ਦਾ ਸਰੀਰ। ਇਸ ਬਿਦ ਕਰਤ ਬੇਗ ਮਹਿ ਗਏ। ਜਿੱਥੇ ਪਾਣੀ ਤੇਜ਼ ਚੱਲਦਾ, ਰਫ਼ਤਾਰ ਨਾਲ ਚੱਲਦਾ, ਉੱਥੇ ਲੈ ਗਏ ਸਾਹਿਬਾਂ ਦਾ ਪਾਵਨ ਸਰੂਪ। ਕੰਧ ਵਿਮਾਨ ਉਤਾਰਤ ਪਏ। ਔਰ ਵਿਮਾਨ ਮੋਢਿਆਂ ਤੋਂ ਉੱਥੇ ਉਤਾਰਿਆ ਜਾ ਕੇ। ਜਲ ਮੈਂ ਸਥਿਤ ਜਬ ਕਰ ਦੀਨ। ਜਦੋਂ ਮਹਾਰਾਜ ਦਾ ਵਿਮਾਨ ਜਲ ਵਿੱਚ ਟਿਕਾਇਆ, ਰਾਵੀ ਦੇ ਵਿੱਚ, ਜਲ ਪਤ ਵਰਨ ਆਏ ਤਬ ਲੀਨ। ਤਾਂ ਵਰਣ ਦੇਵਤਾ ਜੋ ਜਲ ਦਾ ਦੇਵਤਾ ਹੈ, ਸਾਧ ਸੰਗਤ ਜੀ, ਇਹ 33 ਕਰੋੜ ਦੇਵੀ ਦੇਵਤੇ ਹਨ। ਮਹਾਰਾਜ ਕਹਿੰਦੇ ਗਾਵਣ ਤਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ। ਆਪਾਂ ਉਹ ਦੇਵਤਿਆਂ ਵੱਲ ਧਿਆਨ ਕਰ ਲੈਂਦੇ ਆ ਜਿਹੜੇ ਟੈਲੀਵਿਜ਼ਨ ਵਾਲਿਆਂ ਨੇ ਸੋਨੇ ਦੇ ਮੁਕਟ ਵਾਲੇ ਬਣਾ ਕੇ ਵਿਖਾਏ ਹੁੰਦੇ ਨੇ। ਸਾਡਾ ਇੱਕਦਮ ਉੱਥੇ ਧਿਆਨ ਜਾਂਦਾ ਜਿਹੜਾ ਰਮਾਇਣ ਵਿੱਚ ਜਾਂ ਮਹਾਭਾਰਤ ਵਿੱਚ ਸੀਨ ਵੇਖਿਆ ਹੁੰਦਾ ਵੀ ਉਹ ਦੇਵਤੇ ਨੇ। ਨਹੀਂ ਖਾਲਸਾ ਜੀ, ਦੇਵਤੇ ਮੈਨੇ ਦੇਵੀ ਸ਼ਕਤੀਆਂ, ਦਿਵਯ ਪ੍ਰਕਾਸ਼ ਜਿਨ੍ਹਾਂ ਦੇ ਅੰਦਰ ਹੋਵੇ ਉਹਨੂੰ ਦੇਵਤਾ ਕਹਿੰਦੇ ਨੇ। ਦਿਵਯ ਪ੍ਰਕਾਸ਼, ਦੇਵੀ ਪ੍ਰਕਾਸ਼, ਉਹ ਕਿੱਥੇ ਹੈ? ਇਹ ਕਾਇਨਾਤ ਦੇ ਅੰਦਰ ਹੈ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਆਹ ਦੇਵਤੇ ਸਾਡੇ ਘਰ 'ਚ ਹੀ ਬੈਠੇ, ਤੁਸੀਂ ਵੇਖੇ, ਰੋਜ਼ ਵੇਖਦੇ ਹੋ। ਜੇ ਅੰਨ ਦੇਵਤਾ ਨਾ ਹੋਵੇ ਤੁਹਾਨੂੰ એનર્ਜੀ ਕੌਣ ਦੇਵੇਗਾ? ਜੇ ਪਾਣੀ ਨਾ ਹੋਵੇ ਕਿਵੇਂ ਜੀਓਗੇ, ਕਿਵੇਂ ਸਾਹ ਲਓਗੇ? ਜੇ ਹਵਾ ਪਵਨ ਦੇਵਤਾ ਨਾ ਹੋਵੇ। ਇਹ ਸ਼ਕਤੀਆਂ ਨੇ ਗੁਪਤ ਪ੍ਰਗਟ ਬੇਅੰਤ, ਉਹਨਾਂ ਨੂੰ ਦੇਵੀ ਦੇਵਤੇ ਕਹਿੰਦੇ। ਤਾਂ ਇੱਥੇ ਦੇਵਤਾ ਕਿਹੜਾ ਆਇਆ? ਵਰਣ ਦੇਵਤਾ। ਉਹ ਜਲ ਦੇ ਦੇਵਤੇ ਨੂੰ ਵਰਣ ਕਹਿੰਦੇ, ਨਾਂ ਰੱਖੇ ਨੇ। ਤੇ ਉਹ ਜਿਹੜਾ ਵਰਣ ਦੇਵਤਾ ਹੈ ਜਲ, ਉਹਨੇ ਮਹਾਰਾਜ ਸਾਹਿਬ ਜੀ ਦਾ ਆ ਕੇ ਸਵਾਗਤ ਕੀਤਾ। ਕਿਉਂਕਿ ਸਾਰੇ ਦੇਵੀ ਦੇਵਤੇ ਸਤਿਗੁਰਾਂ ਦੇ ਚਰਨਾਂ ਦੇ ਧੂੜ ਮੱਥੇ ਨੂੰ ਲਾਉਂਦੇ ਹਨ। ਗੁਰ ਜੈਸਾ ਨਾਹੀ ਕੋ ਦੇਵ, ਗੁਰੂ ਵਰਗਾ ਕੋਈ ਨਹੀਂ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਵਰਣ ਦੇ ਆ ਕੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਭ ਵਿਦ ਸੋ ਪੂਜਨ ਕਰ ਆਛੇ। ਭਲੀ ਪ੍ਰਕਾਰ ਗੁਰੂ ਸਾਹਿਬ ਦਾ ਪੂਜਨ ਕੀਤਾ ਹੈ। ਕਿਉਂਕਿ ਇਹ ਆਤਮ ਮੰਡਲ ਦੀਆਂ ਗੱਲਾਂ ਨੇ। ਅਸੀਂ ਤਾਂ ਬਾਹਰੋਂ ਸਰੀਰ ਤੌਰ ਤੇ ਦੇਖਦੇ ਆ। ਉਹ ਜਿਹੜੇ ਆਤਮ ਮੰਡਲ ਦੇ ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਆਤਮ ਮੰਡਲ 'ਚ ਵਿਚਰੇ ਹਨ। ਆਤਮਾ ਦੀ ਖੇਡ ਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇੱਕ ਬੜਾ ਸੋਹਣਾ ਲੇਖ ਲਿਖਿਆ ਭਾਈ ਸੰਤੋਖ ਸਿੰਘ ਜੀ ਦੇ ਬਾਰੇ। ਸਤਿਕਾਰਯੋਗ ਗਿਆਨੀ ਜੀ ਵੀ ਆਪ ਜੀ ਨੂੰ ਦੱਸ ਕੇ ਗਏ ਨੇ ਵੀ ਇੱਕ ਐਪਲੀਕੇਸ਼ਨ ਲਿਖਣੀ ਹੋਵੇ ਨਾ ਤੇ ਉਹ ਬੜੀ ਔਖੀ ਹੁੰਦੀ ਹੈ। ਇਹਦੇ ਸਤਿਗੁਰਾਂ ਦਾ ਮਹਾਨ ਇਤਿਹਾਸ ਲਿਖਿਆ। ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਸਿੱਖੋ ਮਾਣ ਕਰਿਆ ਕਰੋ ਇਸ ਗੱਲ ਤੇ ਵੀ ਤੁਹਾਡੇ ਸਤਿਗੁਰਾਂ ਦੀ ਕਥਾ ਲਿਖਣ ਵਾਲਾ ਕੋਈ ਧਿਆਨੀ ਪੁਰਸ਼ ਸੀਗਾ, ਧਿਆਨ ਵਿੱਚ ਸੀਗਾ, ਉਹ ਪਹੁੰਚਿਆ ਹੋਇਆ ਸੀਗਾ, ਉਹਨੂੰ ਉਸ ਮੰਡਲ ਦਾ ਗਿਆਨ ਸੀ, ਉੱਥੋਂ ਦਾ ਪਤਾ ਸੀਗਾ, ਤਾਂ ਹੀ ਇਹ ਸਾਰੀ ਕਥਾ ਲਿਖਤੀ। ਜੇ ਕਿਤੇ ਭਾਈ ਸਾਹਿਬ ਸੰਤੋਖ ਸਿੰਘ ਜੀ ਇਹ 14 ਜ਼ਿਲ੍ਹੇ ਦਾ ਨਾਮ ਲਿਖ ਕੇ ਦਿੰਦੇ, ਅਸੀਂ ਕੰਧਾਂ ਟੱਕਰਾਂ ਮਾਰੀ ਜਾਂਦੇ, ਸਾਨੂੰ ਪਤਾ ਨਹੀਂ ਸੀ ਲੱਗਣਾ ਮਹਾਰਾਜ ਸਾਹਿਬ ਜੀ ਕਿੱਥੇ ਕਿੱਥੇ ਕੀ ਕੀ ਕੌਤਕ ਕੀਤੇ ਆ। ਤੇ ਅੱਜ ਵੀ ਕਈ ਲੋਕ ਤਾਂ ਲਿਖਦੇ ਆ, ਸੂਰਜ ਪ੍ਰਕਾਸ਼ ਨੂੰ ਵੇਖ ਕੇ ਲਿਖਦੇ ਆ। ਮੈਂ ਵੀ ਤੁਹਾਨੂੰ ਦੱਸ ਦਿਆਂ ਵੀ ਅੱਜ ਤੱਕ ਜਿੰਨਾ ਇਤਿਹਾਸ ਇਹਨਾਂ ਨਵੇਂ ਪ੍ਰੋਫੈਸਰਾਂ ਨੇ ਲਿਖਿਆ ਨਾ, ਸਾਰਾ ਭਾਈ ਸਾਹਿਬ ਸੰਤੋਖ ਸਿੰਘ ਜੀ ਤੋਂ ਵੇਖ ਕੇ ਲਿਖਿਆ, ਉਹਨੂੰ ਪੜ੍ਹ ਕੇ ਲਿਖਿਆ ਤੇ ਫਿਰ ਨਿੰਦਾ ਭਾਈ ਸਾਹਿਬ ਦੀ ਕਰੀ ਜਾਂਦੇ ਆ। ਆਪ ਨਾ ਦੇਹ ਚੁਰੂ ਭਰ ਪਾਣੀ ਤੇ ਨਿੰਦਾ ਜੇ ਗੰਗਾ ਆਨੀ। ਜਿੱਥੋਂ ਚਸ਼ਮਾ ਚੱਲਿਆ ਉਹਦੀ ਮੁੱਢ ਦੀ ਨਿੰਦਾ ਕਰੀ ਜਾਂਦੇ ਆ। ਤੋ ਖਾਲਸਾ ਜੀ ਇਹਨੂੰ ਅਕਿਰਤ ਘਣਤਾ ਦੋਸ਼ ਕਹਿੰਦੇ।
ਕਿਸੇ ਬੰਦੇ ਕੋਲੋਂ ਕੋਈ ਗੱਲ ਪੁੱਛੀ ਹੋਵੇ, ਉਹ ਦੱਸ ਦੇਵੇ, ਤੁਹਾਡੀ ਨੌਲੇਜ 'ਚ ਵਾਧਾ ਕਰੇ, ਤੇ ਤੁਸੀਂ ਉਹ ਨੌਲੇਜ ਤਾਂ ਲੈ ਲਓ ਤੇ ਨੌਲੇਜ ਦੇਣ ਵਾਲੇ ਦੀ ਨਿੰਦਾ ਕਰੋ। ਇਹਨੂੰ ਕਹਿੰਦੇ ਅਕਿਰਤ ਘਣਤਾ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਧਿਆਨ 'ਚ ਪਹੁੰਚ ਕੇ ਗੱਲ ਲਿਖ ਰਹੇ ਆ। ਇਹ ਗੱਲਾਂ ਕਿਸੇ ਬਾਹਰੀ ਪ੍ਰਮਾਣ ਨਾਲ ਨਹੀਂ ਸਿੱਧ ਹੋ ਸਕਦੀਆਂ। 6 ਪ੍ਰਮਾਣ ਨੇ, ਪ੍ਰਤੱਖ ਪ੍ਰਮਾਣ, ਅਨੁਮਾਨ, ਸ਼ਬਦ, ਅਰਥਾਪਤੀ, ਆਈ ਤੇਜਕ। ਇਹਨਾਂ ਪ੍ਰਮਾਣਾਂ ਦੇ ਨਾਲ ਨਹੀਂ ਇਹ ਗੱਲ ਸਿੱਧ ਹੋਣੀ। ਫਿਰ ਕੀ ਪ੍ਰਮਾਣ ਹੈ? ਭਾਈ ਰਤਨ ਸਿੰਘ ਭੰਗੂ ਜੀ ਬੜਾ ਕਮਾਲ ਦਾ ਬਚਨ ਲਿਖਦੇ। ਉਹ ਕਹਿੰਦੇ ਸਿਮਰਤ ਵੇਦ ਪੁਰਾਣ ਸਭ ਇਹ ਕੰਚਨ ਕੇ ਚੇਰ। ਅੱਜ ਜਿੰਨੇ ਗ੍ਰੰਥ ਨੇ, ਪੋਥੀਆਂ ਨੇ, ਅੱਜ ਕੱਲ ਮੈਂ ਦੇਖਿਆ ਕੋਈ ਗੱਲ ਕਥਾ 'ਚ ਸੁਣਾ ਦਈਏ ਨਾ ਤੇ ਫਟਾਫਟ ਗਿਆਨੀ ਜੀ ਦੱਸੋ ਲਿਖੀ ਕਿੱਥੇ ਹੈ, ਕਿੱਥੇ ਲਿਖੀ ਹੈ? ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਦੱਸੋ ਪਹਿਲਾਂ ਗੱਲ ਲਿਖੀ ਜਾਂਦੀ ਹੈ ਕਿ ਪਹਿਲਾਂ ਅਨੁਭਵ 'ਚ ਆਉਂਦੀ ਹੈ? ਪਹਿਲਾਂ ਲਿਖੀ ਜਾਂਦੀ ਹੈ, ਲਿਖਤ ਪਹਿਲਾਂ ਹੁੰਦੀ ਕਿ ਲਿਖਣ ਤੋਂ ਪਹਿਲਾਂ ਉਹ ਵਾਕਿਆ ਹੁੰਦਾ ਜਿਹੜਾ ਲਿਖਿਆ ਜਾ ਰਿਹਾ? ਪਹਿਲਾਂ ਉਹ ਵਾਕਿਆ ਹੁੰਦਾ, ਉਹ ਅਨੁਭਵ 'ਚ ਆਉਂਦਾ ਕਿਸੇ ਦੇ। ਜਿਹਦੇ ਅਨੁਭਵ 'ਚ ਆਉਂਦਾ ਉਹ ਬਾਅਦ 'ਚ ਲਿਖਦਾ। ਤੁਸੀਂ ਲਿਖਤ ਨੂੰ ਮੰਨਦੇ ਹੋ, ਅਨੁਭਵ ਨੂੰ ਮੰਨਦੇ ਨਹੀਂ। ਕਹਿੰਦੇ ਅਨੁਭਵ ਪਾਰਸ ਕੀ ਕਣੀ। ਅਨੁਭਵ ਹੈ ਨਾ ਜਿਹੜਾ, ਇਹ ਪਾਰਸ ਦੀ ਕਣੀ ਹੈ। ਕੰਚਨ ਕਰੇ ਸੁਮੇਰ, ਸੁਮੇਰ ਪਰਬਤ ਜਿੰਨਾ ਸੋਨਾ ਬਣਾਉਣਾ ਹੋਵੇ ਨਾ, ਮਾੜਾ ਜਿਹਾ ਪਾਰਸ ਚਾਹੀਦਾ। ਯਾਨੀ ਅਨੁਭਵ ਜਿਹੜਾ ਹੈ ਉਹ ਤੁਹਾਡੇ ਅਨੁਭਵ ਦੇ ਵਿੱਚ ਵਾਧਾ ਕਰਕੇ ਤੁਹਾਨੂੰ ਬਹੁਤ ਉੱਚਾ ਮਹਾਨ ਕਰ ਸਕਦਾ, ਤੁਹਾਨੂੰ ਬ੍ਰਹਮ ਤੱਕ ਪਹੁੰਚਾ ਸਕਦਾ, ਪਰਮੇਸ਼ਰ ਤੱਕ ਪਹੁੰਚਾ ਸਕਦਾ। ਇਹ ਗੱਲਾਂ ਕਵੀ ਜਿਹਦੇ ਅਨੁਭਵ ਦੀਆਂ ਨੇ। ਕਈ ਕਹਿੰਦੇ ਜੀ ਬਾਹਮਣਾਂ ਨੇ ਲਿਖਾਤੀਆਂ। ਬਾਹਮਣ ਇੰਨੀ ਜੁਰਤ ਕਰ ਸਕਦੇ ਆ ਵੀ ਗੁਰੂ ਮਹਾਰਾਜ ਦੇ ਗ੍ਰੰਥਾਂ 'ਚ ਇਤਿਹਾਸ ਮਿਲਾਵਟ ਕਰ ਦੇਣ? ਅਸੀਂ ਅੰਗਰੇਜ਼ਾਂ ਦੇ ਆਖੇ ਲੱਗ ਕੇ ਆਪਣੇ ਗ੍ਰੰਥ ਸ਼ੱਕੀ ਬਣਾ ਬੈਠੇ ਆ, ਆਪਣੇ ਗੁਰੂਆਂ ਦੀ ਬਾਣੀ ਸ਼ੱਕੀ ਬਣਾ ਬੈਠੇ ਆ। ਸਭ ਗੱਲਾਂ ਜੋ ਅੰਗਰੇਜ਼ ਆਏ ਤੇ ਸਾਡੇ ਬਾਰੇ ਜੋ ਪ੍ਰਚਾਰ ਕਰਾ ਦਿੱਤਾ, ਅਸੀਂ ਆਪਣੇ ਗ੍ਰੰਥਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਗ ਪਏ। ਮੈਂ ਕਾਲਪਨੇ ਸਾਰਾ ਭਾਈ ਸੰਤੋਖ ਸਿੰਘ ਨੂੰ ਵੇਖ ਵੇਖ ਕੇ ਲਿਖਿਆ, ਤੇ ਜਿਹੜਾ ਵੀ ਮੇਰੇ ਵਰਗਾ ਉੱਠਦਾ ਆਖੇ ਜੀ ਮਖਾਲਫ ਨੇ ਏਦਾਂ ਲਿਖਿਆ। ਉਹ ਮਖਾਲਫ ਨੇ ਕਿੱਥੋਂ ਲਿਖਿਆ? ਟਰੰਪ ਨੇ ਕਿੱਥੋਂ ਲਿਖਿਆ? ਇਹਨੂੰ ਵੇਖ ਕੇ ਲਿਖਿਆ। ਫਿਰ ਅਸੀਂ ਆਪਣੇ ਘਰ ਨੂੰ ਛੱਡ ਕੇ ਤੇ ਗੁਆਂਢੀਆਂ ਦੇ ਘਰ ਫਿਰੀ ਜਾਈਏ, ਕਿੱਧਰ ਦੀ ਸਿਆਣਪ। ਸੋ ਕਵੀ ਜੀ ਲਿਖ ਰਹੇ ਨੇ ਕਿ ਆ ਕੇ ਵਰਣ ਨੇ ਮਹਾਰਾਜ ਦਾ ਸਰੂਪ ਆਪਣੇ ਚ ਲੀਨ ਕਰ ਲਿਆ। ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਯਾਰ। ਜਲ ਸਰੂਪ ਕਰ ਦੀਨਸ ਪਾਛੇ। ਸਾਰਾ ਸਰੂਪ ਜਲ ਸਰੂਪ ਹੀ ਹੋ ਗਿਆ, ਲੀਨ ਹੋ ਗਿਆ। ਪੰਜਾਂ ਤੱਤਾਂ ਵਿੱਚ ਜਿਉਂ ਜਲ ਮੈਂ ਜਲ ਆਏ ਖਟਾਨਾ, ਏਦਾਂ ਜੋਤ ਜੋਤ ਵਿੱਚ ਰਲ ਗਈ। ਨਿਕਸੇ ਸਿੱਖ ਸਲਤਾ ਤੇ ਬਾਹਰ। ਮਹਾਰਾਜ ਸਾਹਿਬ ਜਦੋਂ ਅੰਤਰ ਧਿਆਨ ਹੋ ਗਏ, ਮਹਾਰਾਜ ਸਾਹਿਬ ਜੀ ਦਿਸਣੋਂ ਹਟ ਗਏ, ਜੋਤ ਸਰੂਪ ਹੋ ਗਏ, ਤੇ ਮਹਾਰਾਜ ਦਾ ਸਰੀਰ ਪੰਜਾਂ ਤੱਤਾਂ 'ਚ ਵਿਲੀਨ ਹੋ ਗਿਆ। ਗੁਰੂ ਕੇ ਸਿੱਖ ਭਾਈ ਬਿਧੀ ਚੰਦ, ਭਾਈ ਜੇਠਾ, ਲੰਗਾ, ਪੁਰਾਣਾ ਪੈੜਾ ਨਮਸਕਾਰ ਕਰਕੇ ਬਾਹਰ ਆਏ। ਸਿੱਖ ਸੈਂਕੜੇ ਹਜ਼ਾਰ, ਹਜ਼ਾਰਾਂ ਲੱਖਾਂ ਸਿੱਖ ਬਾਹਰ ਖੜੇ ਦੇਖ ਰਹੇ ਸਨ। ਗੁਰੂ ਸਾਹਿਬ ਜੀ ਦਾ ਸਰੂਪ ਜਲ ਵਿੱਚ ਵਿਲੀਨ ਹੋ ਰਿਹਾ ਸੀ। ਨਹੀਂ ਬਹੁਰ ਕੁਛ ਦੇਈ ਦਿਖਾਈ। ਮੁੜ ਕੇ ਕਹਿੰਦੇ ਫਿਰ ਦਰਸ਼ਨ ਨਹੀਂ ਹੋਏ। ਜਲ ਸਰੂਪ ਤਨ ਹੋਇਆ ਸੁਖਦਾਈ। ਮੇਰੇ ਸੁੱਖਾਂ ਦੇ ਦਾਤੇ ਜਲ ਸਰੂਪ ਹੀ ਹੋ ਗਏ। ਉਹ ਮਹਾਰਾਜ ਸਾਹਿਬ ਦਾ ਸਰੂਪ ਰਾਵੀ ਤਾਂ ਹੀ ਕਿਹਾ ਨਾ, ਇਹ ਵੀ ਪੁਰਾਤਨ ਸਿੰਘਾਂ ਦੀ ਸ਼ਰਧਾ। ਅੱਜ ਤੇ ਸਾਰੀ ਹਰ ਗੱਲ ਨੂੰ ਤਰਕ ਨਾਲ ਤੇ ਦਰਬਾਰ ਸਾਹਿਬ ਦੇ ਸਰੋਵਰ ਨੂੰ ਨਹੀਂ ਸ਼ਰਧਾ ਨਾਲ ਵੇਖਦੇ, ਰਾਵੀ ਨੂੰ ਕੀ ਵੇਖਣਗੇ? ਇਹ ਤਾਂ ਦਰਬਾਰ ਸਾਹਿਬ ਦੇ, ਅੰਮ੍ਰਿਤਸਰ ਸਾਹਿਬ ਜੀ ਦੇ, ਗੁਰੂ ਰਾਮਦਾਸ ਸਾਹਿਬ ਦੇ ਸਰੋਵਰ ਦੀ ਨਿੰਦਾ ਕਰਨ ਲੱਗ ਪੈਂਦੇ ਆ। ਉਹ ਤਾਂ ਰਾਵੀ ਦਰਿਆ ਦਾ ਪਾਕਿਸਤਾਨ 'ਚ ਰਹਿ ਗਿਆ। ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਦੋਂ ਲਾਹੌਰ ਹੁੰਦੇ ਸਨ, ਕਿਤੇ ਬਾਹਰ ਗਏ ਹੋਣ ਦੀ ਗੱਲ ਵੱਖਰੀ ਹੈ, ਪਰ ਜਦੋਂ ਲਾਹੌਰ ਹੁੰਦੇ ਸਨ ਉਹਨਾਂ ਨੇ ਦੁਪਹਿਰੀ 12 12:30 ਵਜੇ ਉੱਥੋਂ ਚੱਲਣਾ। ਮੈਂ ਆਪਣੀ ਰਾਜਕਾਜ ਕਚਹਿਰੀ ਦਾ ਕੰਮ ਨਿਬੇੜ ਕੇ, ਜਿਹੜਾ ਵੀ ਸਰਕਾਰੀ ਦਫ਼ਤਰ ਦਾ ਕੰਮ ਹੁੰਦਾ ਸੀ ਉਹ ਕਰਕੇ, ਉਹਨਾਂ ਨੇ ਪਹਿਲਾਂ ਰਾਵੀ ਤੇ ਆ ਕੇ 5 ਇਸ਼ਨਾਨਾ ਕਰਨਾ ਜਾਂ ਇਸ਼ਨਾਨ ਕਰਨਾ, ਤੇ ਫਿਰ ਉਹਨਾਂ ਨੇ ਜਾ ਕੇ ਡੇਰਾ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ 'ਚ ਮੱਥਾ ਟੇਕਣਾ ਤੇ ਕੁਝ ਸਮਾਂ ਬਹਿ ਕੇ ਬਾਣੀ ਕੀਰਤਨ ਸੁਣਨਾ। ਤੇ ਫਿਰ ਪੁਰਾਤਨ ਸਿੰਘ ਸਾਰੇ ਏਦਾਂ ਰੱਖਦੇ ਸੀ ਭਾਵਨਾ ਵੀ ਰਾਵੀ ਗੁਰੂ ਅਰਜਨ ਸਾਹਿਬ ਦਾ ਦਰਿਆ ਜਿਹੜਾ ਸਰੀਰ ਹੈ ਉਹਨਾਂ ਦਾ,
ਇੰਨੀ ਸ਼ਰਧਾ ਰੱਖਦੇ। ਭਾਵਨਾ ਦੀ ਗੱਲ ਹੈ ਖਾਲਸਾ ਜੀ, ਜੇ ਭਾਵਨਾ ਨਾ ਹੋਵੇ ਤੇ ਸਾਹਮਣੇ ਸਰੀਰ ਪਿਆ ਹੋਵੇ ਤਾਂ ਵੀ ਕੁਝ ਨਹੀਂ ਹੁੰਦਾ। ਗੁਰੂ ਅਰਜਨ ਸਾਹਿਬ ਸਾਡੇ ਕੋਲ ਬੈਠੇ ਹੋਣ ਤੇ ਸਾਡੇ ਸ਼ਰਧਾ ਨਾ ਹੋਵੇ, ਕੁਝ ਨਹੀਂ ਮਿਲਣਾ। ਸ਼ਰਧਾ ਹੋਵੇ ਤੇ ਉਹਨਾਂ ਦੇ ਹਰ ਬਚਨ ਵਿੱਚੋਂ ਮਿਲ ਰਹੇ ਨੇ, ਗੁਰਬਾਣੀ ਦੇ ਵਿੱਚ ਬੈਠੇ ਨੇ, ਸੁਖਮਨੀ ਸਾਹਿਬ 'ਚ ਬੈਠੇ ਨੇ ਪੰਚਮ ਪਾਤਸ਼ਾਹ ਜੀ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਜੋਤੀ ਜੋਤ ਸਮਾਏ, ਸ਼ਹੀਦੀ ਪ੍ਰਾਪਤ ਕੀਤੀ। ਇਹ ਕਥਾ ਆਪਾਂ ਸਰਵਣ ਕਰ ਰਹੇ ਹਾਂ। ਕੱਲ ਅਖੀਰਲਾ ਸ਼ਾਮ ਦਾ ਦੀਵਾਨ ਆਪ ਜੀ ਨਾਲ ਸਾਂਝ ਪਾਣੀ ਹੈ ਗੁਰੂ ਇਤਿਹਾਸ ਦੀ, ਤੇ ਫਿਰ ਆਪ ਜੀ ਤੋਂ ਛੁੱਟੀਆਂ ਲਵਾਂਗੇ। ਇਤਨੇ ਬਚਨ ਪ੍ਰਵਾਨ ਕਰਨੇ। ਹੈ ਗੋਬਿੰਦ